ਦਿੱਕਤ ਆ, ਨਾ ਦਵਾਈ ਖਾਧੀ ਜਾਂਦੀ ਕਿਤੋਂ, ਨਾ ਇਲਾਜ ਕਰਾਇਆ ਜਾਂਦਾ ਹੈ। ਫਿਰ ਘਰ ਦਾ ਖਰਚਾ ਹੀ ਮਸਾਂ ਚੱਲਦਾ ਹੈ, ਤਾਂ ਗੁਜ਼ਾਰਾ ਕਿੱਥੇ ਚੱਲਣਾ। ਇਹ ਸਟੋਨ 20 mm ਤੋਂ ਉੱਪਰ ਆਈ ਜੀ। 2.4 ਸੈਂਟੀਮੀਟਰ ਉਹਨੂੰ ਦੱਸਿਆ ਡਾਕਟਰ ਸਾਹਿਬ ਨੇ। ਉਹਦੇ ਬਾਅਦ ਮੁੜ ਕੇ ਮੇਰੇ ਕੋਲ ਅਲਟਰਾਸਾਊਂਡ ਨਹੀਂ ਪਏਗੀ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੋਟ ਧਰਮਚੰਦ ਪਹੁੰਚੇ ਹਾਂ। ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉੱਥੋਂ ਤੱਕ ਪਹੁੰਚ ਕਰਕੇ ਤੇ ਉਸ ਪਰਿਵਾਰਕ ਮੈਂਬਰ ਦੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਵਾਈ ਜਾਂਦੀ ਹੈ ਤਾਂ ਜੋ ਉਸ ਦਾ ਇਲਾਜ ਹੋ ਸਕੇ। ਸੋ ਅੱਜ ਅਸੀਂ ਇੱਥੇ ਇੱਕ ਪਰਿਵਾਰ ਸੀ ਕਿ ਜਿਹੜਾ ਕਾਫੀ ਦਿੱਕਤ ਦੇ ਵਿੱਚ ਆਪਣੀ ਜ਼ਿੰਦਗੀ ਜਿਹੜਾ ਸੀ ਉਹ ਬਤੀਤ ਕਰ ਰਿਹਾ ਹੈ, ਅਤੇ ਅੱਜ ਅਸੀਂ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਪਿੰਡ ਕੋਟ ਧਰਮਚੰਦ ਪਹੁੰਚੇ ਹਾਂ। ਅਤੇ ਆਓ ਆਪ ਸਭ ਸੰਗਤਾਂ ਦੀ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਕਿ ਅਸਲ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਕੀ ਹੈ, ਜਿਸ ਕਰਕੇ ਉਹਨਾਂ ਨੇ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਕਿ ਮੇਰੀ ਹੈਲਪ ਕੀਤੀ ਜਾਏ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਹੈ ਭਾਜੀ ਆਪਣਾ? ਸਰ, ਮੈਨੂੰ ਪੱਥਰੀ ਦੀ ਪ੍ਰੋਬਲਮ ਹੈ। ਅੱਛਾ ਜੀ। ਹਾਂਜੀ, ਕਾਫੀ ਦੇਰ ਤੋਂ ਮੈਂ ਇੱਦਾਂ ਮਤਲਬ ਦਵਾਈ ਦਾਰੂ ਖਾਂਦਾ ਰਿਹਾ, ਕਿਤੋਂ ਫਾਇਦਾ ਨਹੀਂ ਹੋਇਆ ਜੀ। ਅਤੇ ਆਪਰੇਸ਼ਨ ਦਾ ਮੇਰੇ ਕੋਲ ਨਹੀਂ ਪਹੁੰਚ ਹੋ ਸਕੀ। ਅੱਛਾ ਜੀ। ਹਾਂਜੀ। ਇਹ ਲਗਭਗ ਕਿੰਨੇ ਕੁ ਸਾਲ ਹੋ ਗਏ ਆ ਮਤਲਬ ਇਹ ਦਿੱਕਤ ਦੇ ਵਿੱਚ? ਸਰ 10 ਸਾਲ ਹੋ ਗਏ ਜੀ। ਅੱਛਾ ਜੀ। ਹਾਂਜੀ, 10 ਸਾਲ ਹੋ ਗਏ। ਅਤੇ ਬੱਚੇ ਛੋਟੇ ਨਹੀਂ, ਮਤਲਬ ਕੱਸ ਪਈ ਅਤੇ ਹੈਂਡੀਕੈਪ ਦਾ ਕਰਕੇ ਹੋ ਗਿਆ, ਕੰਮ ਨਹੀਂ ਹੋ ਰਿਹਾ ਮੇਰੇ ਕੋਲ। ਅੱਛਾ ਜੀ। ਵੈਸੇ ਕਿਰਤ ਕੀ ਕਰਦੇ ਆਪ ਜੀ? ਸਰ, ਮੈਂ ਦਰਜੀ ਦਾ ਕੰਮ ਵੈਸੇ ਕਰਦਾ ਵਾਂ, ਕਮਿਸ਼ਨ 'ਤੇ ਕੰਮ ਕਰਦਾ ਮੈਂ। ਅੱਛਾ ਜੀ। ਹਾਂਜੀ। ਕਿੰਨਾ ਕੁ ਮਹੀਨੇ ਦਾ ਫਿਰ ਇਨਕਮ ਜਿਹੜੀ ਇਹ ਹੋ ਜਾਂਦੀ? 6-7 ਹਜ਼ਾਰ ਰੁਪਏ ਦੇ। ਅੱਛਾ ਜੀ। ਹਾਂਜੀ, 200-250 ਰੁਪਏ ਦਾ ਕੰਮ ਕਰ ਸਕਦਾ ਮੈਂ। ਕਮਿਸ਼ਨ 'ਤੇ ਕੰਮ ਹੀ ਜਿੰਨਾ ਕੁ ਮਿਲਦਾ ਵਾ ਉਸੇ ਹਿਸਾਬ ਨਾਲ। ਠੀਕ ਹੈ। ਹਾਂਜੀ। ਆਪਾਂ ਸਮਾਜ ਦੇ ਵਿੱਚ ਸੰਗਤ ਜੀ ਜਦੋਂ ਵਿਚਰਦੇ ਹਾਂ ਭਾਜੀ, ਪੱਥਰੀ ਦੀ ਜਿਹੜੀ ਦਰਦ ਹੁੰਦੀ ਹੈ ਉਹ ਬਹੁਤ ਸਾਡੇ ਸਮਝੀਏ ਕਈ ਵਾਰੀ ਆਪਾਂ ਦੇਖਦੇ ਵੀ ਹਾਂ ਕਿ ਬੰਦੇ ਦੀ ਬੜੀ ਔਖੀ ਹੋ ਜਾਂਦੀ ਹੈ। ਮਤਲਬ 10 ਸਾਲ ਜਿਹੜੇ ਕੱਢਣੇ ਬੜੇ ਔਖੇ ਨੇ। ਫਿਰ ਕਿਸੇ ਹੋਰ ਮੈਂਬਰ ਪੰਚਾਇਤ ਜਾਂ ਭੈਣ ਭਰਾ ਕੋਈ ਮਦਦ ਨਹੀਂ ਕੀਤੀ, ਜਾਂ ਕਿਉਂਕਿ ਮਤਲਬ ਬੰਦਾ ਹੁੰਦਾ ਜਦੋਂ ਦੁਖੀ ਕਹਿ ਦਿੰਦੇ ਕਿ ਸਾਨੂੰ ਕਿਤੇ ਨਾ ਕਿਤੇ ਗੱਲ ਕਰਾਂਗੇ ਫਿਰ ਹੀ ਗੱਲ ਦੇ ਵਿੱਚੋਂ ਗੱਲ ਦਾ ਹੱਲ ਨਿਕਲਦਾ ਹੈ। ਇਵੇਂ ਦਾ ਕੋਈ ਕਿਸੇ ਤੱਕ ਤੁਸੀਂ ਪਹੁੰਚ ਨਹੀਂ ਕੀਤੀ? ਸਰ, ਪਹੁੰਚ ਤਾਂ ਬੜੀ ਕੀਤੀ ਆ, ਪਰ ਕਿਸੇ ਨੇ ਨਹੀਂ ਮਦਦ ਨਹੀਂ ਕੀਤੀ। ਅੱਛਾ ਜੀ। ਮਦਦ ਨਹੀਂ ਹੋ ਸਕੀ ਕਿਸੇ ਕੋਲ। ਮਤਲਬ ਇਸ ਤਰ੍ਹਾਂ ਇੱਕ ਜਾਨ ਦੀ ਪ੍ਰੋਬਲਮ ਦਾ ਕਰਕੇ ਨਹੀਂ ਕਿਤੇ ਪਹੁੰਚ ਕਿਸ ਤਰ੍ਹਾਂ, ਜਿੱਦਾਂ ਹੁਣ ਤੁਸੀਂ ਪਹੁੰਚ ਕੀਤੀ ਹੈ ਆਪਣੇ ਘਰ, ਇਸ ਤਰ੍ਹਾਂ ਨਹੀਂ ਕੋਈ ਆ ਸਕਿਆ ਮੇਰੇ ਕੋਲ। ਠੀਕ। ਉਹ ਕਿੰਨੇ ਬੱਚੇ ਨੇ ਵੈਸੇ ਤੁਹਾਡੇ? ਇਹ ਬੇਟੀ ਹੈ, ਇੱਕ ਬੇਟਾ ਵਾ। ਹਾਂਜੀ। ਪੜ੍ਹਦੇ ਨੇ? ਹਾਂਜੀ, ਪੜ੍ਹਦੇ। ਸੋ ਸੰਗਤ ਜੀ, ਵੀਰ ਜੀ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਉਹ ਸਾਂਝ ਪਾਈ ਕਿ ਲਗਭਗ 10 ਸਾਲ ਹੋ ਗਏ ਨੇ। ਸੋ ਸਮਾਂ ਬੜਾ ਲੰਮਾ ਹੈ ਸੰਗਤ ਜੀ, ਆਪ ਸਭ ਸੰਗਤਾਂ ਸਮਝ ਹੀ ਸਕਦੀਆਂ ਨੇ ਕਿ ਜ਼ਿੰਦਗੀ ਜਿਹੜੀ ਹੈ ਉਹ ਕਿਵੇਂ ਬਤੀਤ ਕੀਤੀ। ਉਹ ਫਿਰ ਕਮਿਸ਼ਨ 'ਤੇ ਜਿਵੇਂ ਭਾਜੀ ਹੁਣੀ ਕਹਿ ਰਹੇ ਨੇ ਉਹ ਕੰਮ ਕਰਦੇ ਨੇ। ਇੱਥੇ ਭਾਜੀ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ, ਜਿਵੇਂ ਕਮਿਸ਼ਨ 'ਤੇ ਕੰਮ ਫਿਰ ਤੁਸੀਂ ਲੈਣ ਜਾਂਦੇ ਜਾਂ ਕਿੱਦਾਂ, ਮਤਲਬ ਉੱਥੋਂ ਤੱਕ ਪਹੁੰਚ ਕਰਦੇ? ਸਰ, ਹੈ ਤਾਂ ਦਿੱਕਤ ਹੀ ਆ, ਜਾਣਾ ਵੀ ਪੈਂਦਾ, ਲਿਆਉਣਾ ਵੀ ਪੈਂਦਾ ਕੰਮ ਤੋਂ। ਅੱਛਾ ਜੀ। ਹਾਂਜੀ। ਫਿਰ ਮੇਰੇ ਕੋਲ ਬੈਠ ਨਹੀਂ ਹੁੰਦਾ ਉੱਥੇ ਦੁਕਾਨ 'ਤੇ। ਮਾਲਕ ਕਹਿੰਦੇ ਵੀ ਦੁਕਾਨ 'ਤੇ ਬਹਿ ਕੇ ਕੰਮ ਕਰੋ। ਮੇਰੇ ਕੋਲ ਉੱਥੇ ਨਹੀਂ, ਫਿਰ ਦਿੱਕਤ ਦਾ ਕਰਕੇ ਨਹੀਂ ਜਾਇਆ ਜਾ ਰਿਹਾ ਹੁਣ।
ਫਿਰ ਕਿਵੇਂ ਕੰਮ ਲੈ ਕੇ ਆਉਂਦੇ ਜਾਂ ਦੇ ਕੇ ਆਉਂਦੇ? ਮੈਂ ਕਹਿੰਦਾ ਉਹ ਵੀ ਮਾੜਾ ਜਿਹਾ ਸੰਗਤ ਨਾਲ ਆਪ ਜੀ ਸਾਂਝ ਪਾਓ। ਉਹ ਮੈਂ ਇੱਕ ਦਿਨ ਲਿਆਉਣਾ ਵਾ ਅਤੇ ਦੂਜੇ ਦਿਨ ਦੇ ਕੇ ਆਉਣਾ ਕੰਮ ਉਹਨਾਂ ਨੂੰ। ਹਾਂਜੀ, ਇੱਕ ਦਿਨ ਬਾਅਦ ਜਾ ਕੇ ਫਿਰ ਛੱਡ ਕੇ ਦੇ ਕੇ ਆਉਣਾ ਕੰਮ। ਸੋ ਸੰਗਤ ਜੀ ਸਮਝ ਹੀ ਸਕਦੇ ਜੇ, ਇੱਕ ਰੋਗ ਤੇ ਹੈ ਹੀ ਹੈ, ਪਰ ਇੱਕ ਕਰਮ ਰੋਗ ਜਿਹੜਾ ਭਾਜੀ ਉਹਨਾਂ ਨੂੰ ਬਚਪਨ ਤੋਂ ਹੀ ਇਹ ਲੱਗਾ ਹੈ। ਇਹ ਕਦੋਂ ਤੋਂ ਪੋਲੀਓ ਦੀ ਜਿਹੜੀ ਸਮੱਸਿਆ ਹੈ, ਕਈ ਵਾਰੀ ਇੱਦਾਂ ਹੁੰਦਾ ਵਾ ਕਿ ਰੀਸੈਂਟਲੀ ਬਚਪਨ 'ਚ ਅਸੀਂ ਠੀਕ ਹੁੰਦੇ, ਪਰ ਜਿਵੇਂ ਜਿਵੇਂ ਅਸੀਂ ਜਵਾਨ ਰਹਿ ਕੇ ਡਾਮੀ ਸਾਨੂੰ ਇਹ ਪ੍ਰੋਬਲਮ ਆ ਜਾਂਦੀ ਕਿ ਇਹ ਬਚਪਨ ਤੋਂ ਹੀ ਹੈ। ਇਹ ਸਰ ਹੈ ਤਾਂ ਬਚਪਨ ਤੋਂ ਹੀ ਆ। 3 ਸਾਲ ਦਾ ਹੈ ਉਦੋਂ ਮੈਂ, ਜਦੋਂ ਅੱਛਾ ਜੀ। ਇੰਜੈਕਸ਼ਨ ਗਲਤ ਲੱਗ ਗਿਆ ਉਹਦਾ ਕਰਕੇ ਮਤਲਬ ਧੜਕ ਹੋ ਗਿਆ ਸਾਰਾ। ਅੱਛਾ ਜੀ। ਹਾਂਜੀ, ਮੁੜ ਕੇ ਉਦੋਂ ਬਾਅਦ ਵੈਸੇ ਇਲਾਜ ਤਾਂ ਬੜਾ ਕਰਾਇਆ ਮਾਪਿਆਂ ਨੇ, ਪਰ ਨਹੀਂ ਜੋ ਕਿਸਮਤ 'ਚ ਆਪਣੇ। ਸੋ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਜੀ ਕਿ ਇੱਕ ਦਿੱਕਤ ਤਾਂ ਹੈ ਹੀ ਐਸੀ, ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਕਿ ਕਰਮ ਰੋਕ ਕੇ ਜੋ ਬਚਪਨ ਤੋਂ ਹੀ ਜਿਵੇਂ ਕਹਿ ਰਹੇ ਨੇ ਮਾਤਾ ਪਿਤਾ ਨੂੰ ਹੁੰਦਾ ਹੀ ਕਿ ਸਾਡੇ ਬੱਚਾ ਜਿਹੜਾ ਉਹ ਸਹੀ ਸਲਾਮਤ ਹੋਵੇ। ਅਤੇ ਵੈਸੇ ਵੀ ਕਿਰਤੀ ਬੰਦਾ ਜਿਹੜਾ ਹੁੰਦਾ ਹੈ ਸੰਗਤ ਜੀ, ਆਪ ਸਭ ਸੰਗਤਾਂ ਸਮਝ ਹੀ ਸਕਦੇ ਕਿ ਉਹਦਾ ਸਭ ਤੋਂ ਵੱਡਾ ਜਿਹੜਾ ਗਹਿਣਾ ਹੁੰਦੀ, ਉਹਦੀ ਜਾਇਦਾਦ ਹੁੰਦੀ, ਉਹਦੇ ਹੱਡ ਪੈਰ ਹੀ ਸਲਾਮਤ ਹੁੰਦੇ ਨੇ। ਆਪਾਂ ਹੋਰ ਦੁਨਿਆਵੀ ਦੇਖ ਲਈਏ ਜਿਨ੍ਹਾਂ ਨੂੰ ਵਾਹਿਗੁਰੂ ਨੇ ਪਦਾਰਥਵਾਦ ਬਹੁਤ ਦਿੱਤਾ, ਉਹਨਾਂ ਦਾ ਜ਼ਮੀਨ ਜਾਇਦਾਦ ਜਾਂ ਹੋਰ ਹੋ ਸਕਦਾ ਹੈ, ਪਰ ਗਰੀਬ ਬੰਦੇ ਲਈ ਜੇ ਕੋਈ ਗਹਿਣਾ ਹੈ ਤਾਂ ਉਹਦੇ ਹੱਡ ਪੈਰ ਸਲਾਮਤ, ਕਿਉਂਕਿ ਜਿੰਨਾ ਚਿਰ ਉਹਦੀ ਸਿਹਤ ਸਹੀ ਰਹੂਗੀ ਓਨਾ ਹੀ ਵੱਧ ਉਹ ਆਪਣੀ ਮਿਹਨਤ ਕਰਕੇ ਅਤੇ ਆਪਣੇ ਪਰਿਵਾਰ ਨੂੰ ਜਿਹੜਾ ਵਾ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਕਿ ਚੰਗੀ ਤਰੀਕੇ ਨਾਲ ਜ਼ਿੰਦਗੀ ਜਿਉ ਸਕਦੇ ਨੇ। ਪਰ ਫਿਰ ਵੀ ਆਪਣੇ ਤਰੀਕੇ ਦੇ ਨਾਲ ਅੱਜ ਜਦੋਂ ਵਿਚਰਦੇ ਵਿੱਚ ਸਮਾਜ ਦੇ ਵਿੱਚ ਆਪਾਂ ਦੇਖਦੇ ਹੀ ਹਾਂ ਕਿ ਕਈ ਵਾਰੀ ਮਨ ਦੇ ਵਿੱਚ ਵੀਰ ਜੀ ਇਹ ਵੀ ਆਉਂਦਾ ਹੋਊ ਵੀ ਪਤਾ ਨਹੀਂ ਕਿਵੇਂ ਇਹ ਭਾਣਾ ਵਾਪਰਿਆ ਜਾਂ ਕਿੱਦਾਂ ਮੈਂ ਠੀਕ ਹੁੰਦਾ ਜਾਂ ਕਿਵੇਂ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਲਈ ਕੁਛ ਹੋਰ ਵੀ ਕਰ ਸਕਦਾ ਹਾਂ। ਪਰ ਇੱਥੇ ਸੰਗਤ ਜੀ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਆਪਾਂ ਸਮਾਜ ਦੇ ਵਿੱਚ ਵਿਚਰਦੇ ਹੀ ਹਾਂ, ਵੀ ਦੇਖਦੇ ਵੀ ਹਾਂ ਵੀ ਕਈ ਚੰਗੇ ਭਲੇ ਵੀ ਹੁੰਦੇ ਨੇ, ਫਿਰ ਵੀ ਉਹ ਆਪਣੇ ਪੈਰਾਂ ਸਿਰ ਤੁਰੇ ਫਿਰਦੇ ਨੇ, ਪਰ ਫਿਰ ਵੀ ਉਹ ਜਾਂ ਮੰਗ ਰਹੇ ਹੁੰਦੇ ਜਾਂ ਨਸ਼ਾ ਪੱਤਾ ਕਰਕੇ ਉਹਨਾਂ ਦਾ ਮਾਤਾ ਪਿਤਾ ਜਿਹੜਾ ਹੈ ਕਿ ਉਹ ਦੁਖੀ ਹੁੰਦਾ ਹੈ। ਇੱਥੇ ਮੈਂ ਵੀਰ ਜੀ ਇੱਕ ਗੱਲ ਸਾਂਝੀ ਕਰੂੰ ਸੰਗਤ ਜੀ, ਇੱਕ ਮੇਰੇ ਫਰੈਂਡ ਵੀ ਦੋਸਤ ਵੀ ਆ, ਉਹ ਬਚਪਨ ਤੋਂ ਇਵੇਂ ਹੀ ਜਦੋਂ ਵੀ ਕਿਤੇ ਜਾਣਾ ਹੋਵੇ ਉਹਨੂੰ ਨਾਲ ਹੀ ਚੁੱਕ ਕੇ ਖੜਨਾ ਹੁੰਦਾ। ਇੱਕ ਵਾਰੀ ਉਹਨਾਂ ਦੇ ਮਾਤਾ ਜੀ ਨੇ ਨਾ ਮੈਨੂੰ ਗੱਲ ਕਹੀ ਕਿ ਪੁੱਤ ਤੈਨੂੰ ਕੀ ਇਹ ਮਤਲਬ ਪਾਇਆ ਰਹਿੰਦੀ ਹੈ ਬਿਪਤਾ ਵੀ ਤੁਹਾਨੂੰ ਚੁੱਕ ਕੇ ਖੜਨਾ ਪੈਂਦਾ ਹੈ। ਪਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਕਈਆਂ ਬੰਦਿਆਂ ਨਾਲੋਂ ਸਮਾਇਕਿਆਂ ਨਾਲੋਂ ਮੈਨੂੰ ਚੰਗਾ ਨਜ਼ਰ ਆਉਂਦਾ ਹੈ ਕਿ ਪੀ ਕੇ ਸ਼ਰਾਬ ਪੀ ਕੇ ਕਿਤੇ ਨਾਲੀ 'ਚ ਤਾਂ ਨਹੀਂ ਡਿੱਗਾ ਹੁੰਦਾ। ਸੋ ਬੜੀ ਵਧੀਆ ਗੱਲ ਹੈ, ਤੁਸੀਂ ਸੰਗਤ ਜੀ ਦੇਖ ਹੀ ਸਕਦੇ ਕਿ ਵੀਰ ਸਾਬਤ ਸੂਰਤ ਹੈ ਅਤੇ ਆਪਣੀ ਜਿੰਨੀ ਮਿਹਨਤ ਕਰ ਸਕਦਾ ਹੈ ਸੰਗਤ ਜੀ ਉਹ ਉਸ ਢੰਗ ਦੇ ਨਾਲ ਜਿਹੜਾ ਹੈ ਕਿ ਆਪਣੇ ਪਰਿਵਾਰ ਦਾ ਰੁਜ਼ਗਾਰ ਜਿਹੜਾ ਵਾ ਭਾਜੀ ਹੁਣੀ ਚਲਾ ਰਹੇ ਨੇ। ਅਤੇ ਬੜੀ ਵੱਡੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ, ਜਿੱਥੇ ਨਹੀਂ ਤਾਂ ਹਰ ਬੰਦੇ ਨੂੰ ਹੁੰਦਾ ਹੈ ਕਿ ਨਹੀਂ ਹੁਣ ਮੈਂ ਅੱਜ ਹੀ ਹੋ ਗਿਆ। ਕਈ ਵਾਰੀ ਸਾਡੇ ਮੈਂਬਰ ਪੰਚਾਇਤ ਜਾਂ ਹੋਰ ਵੀ ਆਣ ਕੇ ਕਹਿੰਦੇ ਤੂੰ ਕੰਮ ਨਹੀਂ ਕਰ ਸਕਦਾ, ਸ਼ਰਾਬ ਕਰ ਲਓ ਜਾਂ ਕੁਛ ਹੋਰ ਕਰ ਲਓ। ਪਰ ਉੱਥੇ ਸੰਗਤ ਜੀ ਮੈਂ ਜ਼ਰੂਰ ਇਹ ਗੱਲ ਤੁਹਾਡੇ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਕਿ ਜਦੋਂ ਇਹੋ ਜਿਹੇ ਇਨਸਾਨਾਂ ਨੂੰ ਦੇਖੀਦਾ ਅਤੇ ਉਦੋਂ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਖੁਸ਼ੀ ਵੀ ਪੈਦਾ ਹੁੰਦੀ ਕਿ ਅੱਜ ਵੀ ਇਹ ਦੁਨੀਆ ਜੇ ਖੜੀ ਹੈ ਅਤੇ ਇਹੋ ਜਿਹੇ ਇਨਸਾਨਾਂ ਕਰਕੇ ਖੜੀ ਹੈ ਜਿਹੜੇ ਕਿ ਆਪਣੀ ਕਿਰਤ ਨੂੰ ਹੀ ਮਹਾਨ ਰੱਖੇ ਬੈਠੇ ਨੇ। ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੇ ਸਾਨੂੰ 3 ਗੋਲਡਨ ਸਿਧਾਂਤ ਦਿੱਤੇ ਨੇ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਕਿ ਇਹ ਜ਼ਿੰਦਗੀ ਦੇ ਵਿੱਚ ਜਿਹੜੇ ਨੇ ਕਿ ਸਾਨੂੰ ਬਚਨ ਕਮਾਉਣ ਲਈ ਕਿਹਾ ਹੋਇਆ। ਸੋ ਉਹਨਾਂ ਜ਼ਿੰਦਗੀ ਦੇ ਵਿੱਚ ਬਚਨਾਂ ਨੂੰ ਬਾਖੂਬੀ ਵੀਰ ਜੀ ਹੁਣੀ ਕਮਾ ਰਹੇ ਨੇ ਸੰਗਤ ਜੀ, ਅਤੇ ਆਪਣੀ ਕਿਰਤ ਕਰ ਰਹੇ ਨੇ ਜਿੰਨੀ ਵੀ ਕਰ ਸਕਦੇ ਨੇ। ਸੋ ਗੁਜ਼ਾਰਾ ਕਰਨਾ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈ ਕਿ ਉਹ ਬਹੁਤ ਔਖਾ ਹੈ, ਅਤੇ ਪਰ ਫਿਰ ਵੀ ਸੰਗਤ ਜੀ ਜਿੰਨੀ ਜੋਗੇ ਨੇ ਇਹ ਆਪਣੀ ਜ਼ਿੰਦਗੀ ਨੂੰ ਅਗਾਂਹ ਤੋਰ ਰਹੇ ਨੇ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਤਾਂ ਹੀ ਇਹੋ ਜਿਹੇ ਪਰਿਵਾਰਾਂ ਦੀ ਸਾਂਝ ਪਾਉਂਦੀ ਹੈ ਤਾਂ ਜੋ ਆਪ ਇਹਨਾਂ ਲੋੜਵੰਦਾਂ ਦੀ ਹੈਲਪ ਕਰ ਸਕੋ। ਕਿੰਨੀ ਸੋਹਣੀ ਗੱਲ ਹੈ ਕਿ ਵੀਰ ਆਪਣੀ ਕਿਰਤ ਕਰ ਰਹੇ ਨੇ, ਭਾਵੇਂ 7 ਜਾਂ 8 ਹਜ਼ਾਰ ਹੀ ਕਮਾਉਂਦੇ ਨੇ, ਪਰ ਫਿਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਹੈ ਕਿ ਜਿਵੇਂ ਵੀ ਆ ਆਪਣਾ ਗੁਜ਼ਾਰਾ ਕਰ ਰਹੇ ਨੇ, ਆਪਣੇ ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦੇ ਵੀ ਹੁਣ ਇਹ ਜ਼ਿੰਮੇਵਾਰੀ ਬਣਦੀ ਹੈ ਅਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹੀ ਪੱਲਾ ਅੱਡ ਕੇ ਬੇਨਤੀ ਕਰਦੀ ਹੈ ਕਿ ਆਪ ਨੇ ਹਰ ਵਾਰ ਹੀ ਜੋ ਵੀ ਕੋਈ ਲੋੜਵੰਦ ਪਰਿਵਾਰ ਗਰੀਬ ਗੁਰਬਾ ਜਿਹੜਾ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉੱਥੋਂ ਤੱਕ ਪਹੁੰਚ ਕਰਕੇ
ਤੇ ਉਹਦੀ ਸਾਂਝ ਬਣਾਈ ਜਾਂਦੀ ਏ। ਤੇ ਜਿਵੇਂ ਹੀ ਆਪ ਸਭ ਸੰਗਤਾਂ ਫਿਰ ਸਾਡਾ ਸਹਿਯੋਗ ਕਰਦੇ ਤੇ ਅਸੀਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਮਰੀਜ਼ ਨੂੰ ਖੜ ਕੇ ਤੇ ਉਹਦਾ ਇਲਾਜ ਕਰਵਾ ਦਿੰਦੇ ਆ। ਸੋ ਸੰਗਤ ਜੀ, ਇਸ ਕਰਕੇ ਅੱਜ ਇੱਕ ਹੋਰ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਜਿਹੜਾ ਵਾ ਉਹ ਜੁੜ ਗਿਆ ਏ ਤੇ ਸਾਡਾ ਪਰਿਵਾਰ ਹੋਰ ਵੱਡਾ ਹੋਣ ਜਾ ਰਿਹਾ ਏ, ਕਿਉਂਕਿ ਗੁਰੂ ਨਾਨਕ ਦੇ ਦਰ ਘਰ ਦੀ ਤੇ ਇਹ ਗੱਲ ਰਹੀ ਏ ਕਿ ਇੱਥੇ ਜਿੰਨਾ ਵੀ ਕੋਈ ਤਿਲ ਫੁੱਲ ਚੜਾਉਂਦਾ ਏ ਤੇ ਉਹ ਵੱਧਦਾ ਜਾਂਦਾ ਏ, ਉਹ ਘਟਦਾ ਨਹੀਂ। ਅੰਮ੍ਰਿਤ ਬਾਣੀ ਦਾ ਅਸੀਂ ਇਹ ਬਚਨ ਵੀ ਪੜ੍ਹਦੇ ਹਾਂ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਹੋ ਜਾਈ, ਕਿ ਟੋਟ ਨਹੀਂ ਆਉਂਦੀ ਸਗੋਂ ਵਾਧਾ ਜਾਂਦਾ ਏ। ਸੋ ਉਸੇ ਹੀ ਪਰਿਵਾਰ ਨੂੰ ਅੱਜ ਅਸੀਂ ਹੋਰ ਵਧਾ ਰਹੇ ਹਾਂ। ਇੱਕ ਵੀਰ ਜਿਹੜਾ ਹੈ ਕਿ ਜਿਹਨੂੰ ਇਸ ਵਕਤ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਲੋੜ ਏ, ਤੇ ਜੇ ਆਪ ਸਭ ਸੰਗਤਾਂ ਇਹਨਾਂ ਦੀ ਹੈਲਪ ਕਰ ਦਿਓ, ਮਦਦ ਕਰ ਦਿਓ, ਤੇ ਸੰਗਤ ਜੀ ਵੀਰ ਜੀ ਹੁਣੀ ਆਪਣੀ ਜ਼ਿੰਦਗੀ ਨੂੰ ਅਗਾਂਹ ਚੰਗੀ ਤਰ੍ਹਾਂ ਤੋਰ ਸਕਦੇ ਨੇ। ਮੈਂ ਕਹਿੰਦਾ ਵੀਰ ਜੀ, ਮਤਲਬ ਦਿੱਕਤ ਫਿਰ ਕਿ ਜਦੋਂ ਕੰਮ ਕਰਦੇ ਤੁਸੀਂ ਆਪਣੀ ਮਿਹਨਤ ਕਰਦੇ ਉਦੋਂ ਫਿਰ ਕੀ ਦਿੱਕਤ ਕਾਫੀ ਆਉਂਦੀ ਹੈ ਆਪ ਜੀ ਨੂੰ? ਹਾਂਜੀ, ਬੈਠਾ ਨਹੀਂ ਜਾਂਦਾ ਸਰ। ਅੱਛਾ ਜੀ। ਹਾਂ, ਬੈਠਾ ਨਹੀਂ ਜਾਂਦਾ। ਮੇਰਾ ਮਤਲਬ ਬਾਥਰੂਮ ਰੁਕਦਾ ਹੈ। ਅੱਛਾ ਜੀ। ਹਾਂਜੀ, ਘਬਰਾਹਟ ਹੁੰਦੀ ਉਹਦੇ ਨਾਲ, ਪੱਥਰੀ ਨਾਲ। ਠੀਕ। ਇਹ ਸਟੋਨ 20 mm ਤੋਂ ਉੱਪਰ ਆਈ ਹੈ ਜੀ। ਹਾਂ, 2.4 ਸੈਂਟੀਮੀਟਰ ਉਦੋਂ ਦੱਸਿਆ ਡਾਕਟਰ ਸਾਹਿਬ ਨੇ ਮੈਨੂੰ। ਅੱਛਾ। ਉਹਦੋਂ ਬਾਅਦ ਮੁੜ ਕੇ ਮੇਰੇ ਕੋਲ ਮਤਲਬ ਅਲਟਰਾਸਾਊਂਡ ਨਹੀਂ ਕਰਾਈ ਗਈ। ਸੋ ਸੰਗਤ ਜੀ, ਤੁਸੀਂ ਸਮਝ ਹੀ ਸਕਦੇ ਜੇ ਇਹ ਅਲਟਰਾਸਾਊਂਡ ਕਿੰਨੇ ਕੁ ਸਮੇਂ ਤੋਂ ਪਹਿਲਾਂ ਕਰਵਾਈ ਸੀ ਭਾਜੀ? 6 ਸਾਲ ਹੋ ਗਏ। ਅੱਛਾ ਜੀ। 6 ਸਾਲ ਹੋ ਗਏ। 6 ਸਾਲਾਂ ਬਾਅਦ ਕਰਵਾਈ ਨਹੀਂ ਗਈ? ਨਹੀਂ, ਮੈਂ ਮੁੜ ਕੇ ਇੱਦਾਂ ਦਵਾਈ ਵੀ ਖਾਂਦਾ ਰਿਹਾ, ਮੇਰੇ ਕੋਲ ਕਰਵਾਈ ਨਹੀਂ ਗਈ। ਕੰਮ ਨਹੀਂ ਹੋ ਰਿਹਾ, ਕੰਮ ਦੇ ਨਾਲ ਹੀ ਤੁਹਾਨੂੰ ਪਤਾ ਹੋਣਾ ਸਾਰਾ ਕੁਛ ਕੰਮ। ਸੋ ਸੰਗਤ ਜੀ, ਤੁਸੀਂ ਸਮਝ ਹੀ ਸਕਦੇ ਕਿ ਇੰਨੇ ਸਮਾਂ ਪਹਿਲਾਂ ਅਲਟਰਾਸਾਊਂਡ ਕਰਵਾਈ ਪਰ ਬਾਅਦ ਵਿੱਚ ਇਵੇਂ ਦੀ ਦਿੱਕਤ ਬਣੀ ਕਿ ਅਲਟਰਾਸਾਊਂਡ ਨਹੀਂ ਹੋਈ। ਚਲੋ ਹੁੰਦਾ ਹੀ ਆ ਬੰਦੇ ਨੂੰ ਸੰਗਤ ਜੀ, ਤੁਸੀਂ ਸਮਝ ਹੀ ਸਕਦੇ ਜੇ। ਕਹਿੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਵੀ ਉਹ ਬੰਦਾ ਭਾਲਦਾ ਰਹਿੰਦਾ ਏ। ਸੋ ਉਸੇ ਹੀ ਤਰੀਕੇ ਦੇ ਨਾਲ ਜਿੱਥੇ ਵੀ ਕਿਤੇ ਦੱਸ ਪੈਂਦੀ ਸੀ ਕੋਈ ਦੇਸੀ ਦਵਾ ਦੀ ਜਾਂ ਹੋਰ, ਉਹ ਵੀਰ ਜੀ ਹੁਣੀ ਲੰਮੇ ਸਮੇਂ ਤੋਂ ਖਾਂਦੇ ਰਹੇ ਪਰ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਤੇ ਜਿਹਦੇ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਪਿੰਡ ਕੋਟ ਧਰਮਚੰਦ ਪਹੁੰਚ ਕਰਕੇ ਤੇ ਵੀਰ ਜੀ ਉਹਨਾਂ ਦੇ ਨਾਲ ਰਾਬਤਾ ਆਪ ਸਭ ਸੰਗਤਾਂ ਦਾ ਕਰਵਾਇਆ ਏ। ਤੇ ਵੀਰ ਜੀ ਉਹਨਾਂ ਨੇ ਆਪਣੇ ਘਰ ਦੇ ਹਾਲਾਤ, ਆਪਣੇ ਪਰਿਵਾਰ ਬਾਰੇ ਸੰਗਤ ਜੀ ਤੁਹਾਨੂੰ ਦੱਸ ਹੀ ਦਿੱਤਾ ਏ। ਤੇ ਪਰਿਵਾਰ ਸੱਚੀ ਸੰਗਤ ਜੀ ਬਹੁਤ ਲੋੜਵੰਦ ਏ। ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਅਰਜ਼ ਹੁੰਦੀ ਏ ਤੇ ਇਹੋ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸੰਗਤ ਦੀ ਆਪ ਜੀ ਨੇ ਡਿਊਟੀ ਲਾਈ ਏ ਕਿ ਜਿੱਥੇ ਵੀ ਕੋਈ ਇਵੇਂ ਦਾ ਪਰਿਵਾਰ ਜਿਹੜਾ ਆਪਣਾ ਇਲਾਜ ਨਹੀਂ ਕਰਵਾ ਸਕਦਾ ਸੰਗਤ ਜੀ, ਤੇ ਉੱਥੇ ਪਹੁੰਚ ਕਰਕੇ ਤੇ ਉਹਨਾਂ ਦੀ ਸਾਂਝ ਜਿਹੜੀ ਹੈ ਆਪ ਜੀ ਦੇ ਨਾਲ ਬਣਾਉਂਦੇ ਆ, ਤਾਂ ਜੋ ਆਪ ਸਭ ਸੰਗਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਿਲ ਫੁੱਲ ਦਸਵੰਧ ਕੱਟ ਕੇ ਤੇ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਸੰਗਤ ਜੀ ਆਪ ਮਦਦ ਕਰ ਸਕੋ। ਸੋ ਇਸੇ ਹੀ ਕਰਕੇ ਅੱਜ ਅਸੀਂ ਇੱਥੇ ਪਹੁੰਚ ਗਏ ਤੀ ਤੇ ਪਿੱਛੇ ਤੁਸੀਂ ਦੇਖ ਹੀ ਰਹੇ ਜੇ, ਆ ਇੱਕੋ ਹੀ ਕਮਰਾ ਸੰਗਤ ਜੀ, ਤੁਸੀਂ ਦੇਖ ਹੀ ਸਕਦੇ ਜੇ ਕਿ ਇੱਕੋ ਕਮਰਾ ਹੈ ਜਿਹਦੇ ਵਿੱਚ ਵੀਰ ਜੀ ਹੁਣੀ ਜਿਹੜਾ ਵਾ ਉਹ ਆਪਣਾ ਗੁਜ਼ਾਰਾ ਕਰਦੇ ਨੇ, ਉੱਥੇ ਹੀ ਸੌਂਦੇ ਵੀ, ਆਪਣਾ ਕੰਮ ਵੀ ਕਰਦੇ ਨੇ। ਸੋ ਸੰਗਤ ਜੀ, ਇੱਥੇ ਵੀਰ ਜੀ ਹੁਣਾਂ ਦੇ ਧਰਮ ਸਪਤਨੀ ਭੈਣ ਜੀ ਹੁਣੀ ਵੀ ਸਾਡੇ ਕੋਲ ਨੇ। ਆਓ ਆਪ ਸਭ ਸੰਗਤਾਂ ਦੀ ਇਹਨਾਂ ਨਾਲ ਵੀ ਸਾਂਝ ਪਾਉਂਦੇ, ਕਿਉਂਕਿ ਜੀਵਨ ਸਾਥੀ ਬੜੀ ਵੱਡੀ ਚੀਜ਼ ਹੁੰਦਾ ਏ। ਤੇ ਉੱਥੇ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਦੋਂ ਇਵੇਂ ਦੀ ਦਿੱਕਤ ਦੇ ਵਿੱਚ ਹੋਵੇ ਤੇ ਫਿਰ ਪਰਿਵਾਰ ਲਈ ਵੀ ਕਾਫੀ ਔਖਾ ਹੁੰਦਾ ਏ ਆਪਣੀ ਜ਼ਿੰਦਗੀ ਨੂੰ ਬਸਰ ਕਰਨਾ। ਸੋ ਆਓ ਆਪ ਸਭ ਸੰਗਤਾਂ ਦੀ ਸਾਂਝ ਭੈਣ ਜੀ ਹੁਣਾਂ ਨਾਲ ਪਾਉਂਦੇ। ਭੈਣੇ, ਮਤਲਬ ਵੀਰ ਜੀ ਹੁਣਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਕਹਿ ਰਹੇ ਨੇ ਕਿ ਇੰਨੇ ਲੰਮੇ ਸਮੇਂ ਤੋਂ ਇਹ ਮਤਲਬ ਜਿਹੜੀ ਪ੍ਰੋਬਲਮ ਹੈ ਕਿ ਕਿੰਨੀ ਕੁ ਦਿੱਕਤ ਆਉਂਦੀ ਜਦੋਂ ਫਿਰ ਕੰਮ ਦੇ ਵਿੱਚ ਜਦੋਂ ਇਹ ਦਰਦ ਛਿੜਦੀ? ਸਰ ਬੜਾ ਔਖਾ ਹੈ ਗੁਜ਼ਾਰਾ ਕਰਨਾ ਇੱਦਾਂ ਤਾਂ। ਘਰ ਦੇ ਵਿੱਚ ਆਪ ਵੀ ਕਿਸੇ ਦੇ ਘਰ ਦੇ ਵਿੱਚ ਕੰਮ ਕੁਮ ਕਰਨਾ ਹੁੰਦਾ ਹੈ, ਫਿਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੈ, ਹੋਰ ਵੀ ਕਈ ਖਰਚੇ ਪੈ ਜਾਂਦੇ, ਤੁਹਾਨੂੰ ਪਤਾ ਹੀ ਹੈ। ਫਿਰ ਸਾਰਾ ਗੁਜ਼ਾਰਾ ਇੱਦਾਂ ਹੀ ਚੱਲਦਾ, ਮਾੜਾ ਚੰਗਾ ਆਪਦੇ ਘਰੇ ਵਧੀਆ ਕੱਟਣ ਦੇ। ਸੋ ਸੰਗਤ ਨੂੰ ਮੈਂ ਕਹਿੰਦਾ ਤੁਸੀਂ ਵੀ ਜੇ ਕੋਈ ਬੇਨਤੀ, ਕਿਉਂਕਿ ਸੰਗਤਾਂ ਵੱਲੋਂ ਜਿਹੜਾ ਵਾ ਹੁਣ ਤੱਕ ਕਾਫੀ ਮਰੀਜ਼ ਜਿਹੜੇ ਇੱਦਾਂ ਦੇ ਲੋੜਵੰਦ ਉਹਨਾਂ ਦਾ ਇਲਾਜ ਕਰਵਾ, ਮੈਂ ਕਹਿੰਦਾ ਤੁਸੀਂ ਵੀ ਸੰਗਤ ਨੂੰ ਕੁਛ ਬੇਨਤੀ ਕਰਨਾ ਚਾਹੁੰਦੇ ਹੋ? ਚਲੋ ਇਲਾਜ ਹੋ ਜਾਵੇ ਤੇ ਹੋਰ ਵੀ ਚੰਗਾ ਹੈ ਕਿ ਆਪਣੇ ਘਰੇ ਅਸੀਂ ਵਧੀਆ ਰਹਾਂਗੇ। ਇੱਦਾਂ ਤਾਂ ਬਹੁਤ ਦਿੱਕਤ ਆ, ਨਾ ਦਵਾਈ ਖਾਧੀ ਜਾਂਦੀ ਕਿਤੋਂ, ਨਾ ਇਲਾਜ ਕਰਾਇਆ ਜਾਂਦਾ ਹੈ, ਫਿਰ ਘਰ ਦਾ ਖਰਚਾ ਹੀ ਮਸਾਂ ਚੱਲਦਾ ਹੈ, ਤੇ ਗੁਜ਼ਾਰਾ ਕਿੱਥੋਂ ਚੱਲਣਾ ਫਿਰ। ਇਹ ਜ਼ਰੂਰ ਜੇ ਇਹਨਾਂ ਦਾ ਇਲਾਜ ਹੋ ਜਾਵੇ, ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈ ਇਹ ਕਾਫੀ ਦਿੱਕਤ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਰਹੇ ਨੇ। ਤੇ ਸੰਗਤ ਜੀ, ਜੇ ਇਹਨਾਂ ਦਾ ਇਲਾਜ ਹੋ ਜਾਵੇ
ਤੇ ਆਪਣੀ ਜ਼ਿੰਦਗੀ ਨੂੰ ਅਗਾਂਹ ਚੰਗੇ ਤਰੀਕੇ ਦੇ ਨਾਲ ਜਿਹੜੇ ਉਹ ਤੋਰ ਸਕਦੇ ਨੇ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਕਿ ਇੱਕ ਤੇ ਵੀਰ ਹੈਂਡੀਕੈਪ ਹੈ, ਸੋ ਜੇ ਇਹ ਦਿੱਕਤ ਤੇ ਹੈ ਹੀ ਹੈ, ਪਰ ਉਹਦੇ ਨਾਲ ਹੋਰ ਦਿੱਕਤ ਜਿਹੜੀ ਕਾਫੀ ਲੰਬੇ ਸਮੇਂ ਤੋਂ ਹੈ ਕਿ ਇਹਨਾਂ ਦੇ ਗੁਰਦਿਆਂ ਦੇ ਵਿੱਚ ਜਿਹੜੀ ਉਹ ਸਟੋਨ ਹੈ 20 mm ਦੀ। ਆਪ ਸਭ ਸੰਗਤਾਂ ਸਮਝ ਹੀ ਸਕਦੇ ਜੀ ਕਿ ਕਿੰਨੀ ਦਿੱਕਤ ਆਉਂਦੀ ਹੋਊਗੀ ਜਦੋਂ ਬਾਥਰੂਮ ਰੁਕ ਜਾਂਦਾ ਹੋਵੇਗਾ ਜਾਂ ਜਦੋਂ ਦਰਦ ਛਿੜਦੀ ਹੋਵੇਗੀ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਜਿਹੜਾ ਵਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਪਿੰਡ ਕੋਟ ਤੱਕ ਜਿਹੜੀ ਇਹ ਪਹੁੰਚ ਕਰਕੇ ਤੇ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਇਹ ਵੀਰ ਜੀ ਹੁਣਾਂ ਦੀ ਜਿਹੜੀ ਇਹ ਉਹ ਸਾਂਝ ਪਵਾਈ ਏ। ਤੇ ਹੁਣ ਆਪ ਸਭ ਸੰਗਤਾਂ ਦੇ ਅੱਗੇ ਇਹੀ ਅਰਜ਼ ਬੇਨਤੀ ਕਰਦੇ ਹਾਂ ਕਿ ਜ਼ਰੂਰ ਪਰਿਵਾਰ ਦਾ ਵੱਧ ਤੋਂ ਵੱਧ ਸੰਗਤ ਜੀ ਆਪ ਜੀ ਸਹਿਯੋਗ ਕਰੋ, ਕਿਉਂਕਿ ਪਰਿਵਾਰ ਸੱਚੀ ਹੀ ਬੜਾ ਲੋੜਵੰਦ ਹੈ। ਮੈਂ ਚਾਹੁੰਦਾ ਵੀਰ ਜੀ ਤੁਸੀਂ ਵੀ ਕੁਛ ਸੰਗਤ ਦੇ ਨਾਲ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦੇ ਹੋ ਇਲਾਜ ਪ੍ਰਤੀ, ਤਾਂ ਜ਼ਰੂਰ ਆਪ ਜੀ ਵੀ ਕੁਛ ਬੇਨਤੀ ਕਰਨਾ ਚਾਹੁੰਦਾ। ਸਰ ਮੇਰੀ ਤਾਂ ਇਹੋ ਬੇਨਤੀ ਆ ਵੀ ਮੇਰਾ ਇਲਾਜ ਹੋ ਜੇ, ਵੀ ਮੈਂ ਸਹੀ ਜ਼ਿੰਦਗੀ ਆਪਣੀ ਜਿਹੜੀ ਰਹਿ ਰਹੀ ਆ ਉਹ ਮੈਂ ਬਤੀਤ ਕਰ ਲਵਾਂ, ਇਹਨਾਂ ਕੇ ਭੈਣ ਭਰਾਵਾਂ ਦਾ ਸਾਥ ਮਿਲ ਜੇ, ਬਸ ਇਹੋ ਕੁਛ ਹੀ। ਸੋ ਸੰਗਤ ਜੀ ਵੀਰ ਜੀ ਉਹਨਾਂ ਨੇ ਵੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕੀਤੀ ਕਿ ਮੇਰਾ ਇਲਾਜ ਹੋ ਜਾਵੇ, ਤੇ ਜੇ ਇਲਾਜ ਹੋ ਜੂ ਤੇ ਆਪਣਾ ਕੰਮ ਧੰਦਾ ਵਧੀਆ ਹੋਰ ਚੰਗੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਕਰਕੇ ਤੇ ਰਹਿੰਦੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਕਾਂ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀ ਇਹੀ ਬੇਨਤੀ ਹੈ ਕਿ ਜ਼ਰੂਰ ਆਪ ਸੰਗਤ ਜੀ ਇਸ ਪਰਿਵਾਰ ਦਾ ਵੀ ਸਹਿਯੋਗ ਕਰੋ। ਹੁਣ ਤੱਕ ਜਿਵੇਂ ਤੁਸੀਂ ਕਾਫੀ ਪਰਿਵਾਰਾਂ ਦੀ ਜਿਹੜੀ ਹੈ ਕਿ ਉਹ ਸਹਾਇਤਾ ਕਰ ਚੁੱਕੇ, ਉਹਨਾਂ ਨੂੰ ਜਿਹੜੀ ਹੈ ਕਿ ਤੰਦਰੁਸਤੀ ਦੀ ਦਾਤ ਸੰਗਤ ਜੀ ਜਿਹੜੀ ਉਹ ਦਿੱਤੀ ਹੈ, ਤੇ ਜ਼ਰੂਰ ਆਪ ਸਭ ਸੰਗਤਾਂ ਇਹਨਾਂ ਦਾ ਵੀ ਸਹਿਯੋਗ ਕਰੋ ਤਾਂ ਜੋ ਇਹ ਠੀਕ ਹੋ ਕੇ ਆਪਣੀ ਜ਼ਿੰਦਗੀ ਤੇ ਆਪਣੇ ਬੱਚਿਆਂ ਦਾ ਜਿਹੜਾ ਵਾ ਉਹ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ। ਸੋ ਸੰਗਤ ਜੀ ਹੁਣ ਆਪ ਤੇ ਫੈਸਲਾ ਬਣਦਾ ਹੈ ਕਿ ਜੇ ਆਪ ਸਭ ਸੰਗਤਾਂ ਸਾਨੂੰ ਸਹਿਯੋਗ ਕਰ ਦਿਓ ਤੇ ਅਸੀਂ ਵੀਰ ਜੀ ਹੁਣਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਐਡਮਿਟ ਕਰਵਾ ਕੇ ਤੇ ਇਹਨਾਂ ਦਾ ਇਲਾਜ ਜਿਹੜਾ ਵਾ ਉਹ ਸ਼ੁਰੂ ਕਰ ਸਕੀਏ। ਵੀਰ ਜੀ ਹੁਣਾਂ ਨੇ ਜਿਵੇਂ ਗੱਲ ਆਪ ਜੀ ਦੇ ਨਾਲ ਸਾਂਝੀ ਕੀਤੀ ਕਿ ਭੈਣ ਭਰਾਵਾਂ ਨੂੰ ਹੋਰ ਵੀ ਬੇਨਤੀ ਤੇ ਕੀਤੀ, ਪਰ ਅੱਜ ਦੇ ਸਮੇਂ ਦੇ ਵਿੱਚ ਸੰਗਤ ਜੀ ਤੁਹਾਨੂੰ ਪਤਾ ਹੀ ਕਿ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਹਰ ਬੰਦੇ ਦਾ ਜਿਹੜਾ ਵਾ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਬਹੁਤ ਔਖਾ ਹੋ ਗਿਆ ਇਹ ਗੁਜ਼ਾਰਾ ਕਰਨਾ। ਪਰ ਫਿਰ ਵੀ ਇੰਨੇ ਸਮੇਂ ਦੇ ਵਿੱਚ ਇੰਨੀ ਮਾਇਆ ਦੇ ਵਿੱਚ ਇਹ ਆਪਣੀ ਜ਼ਿੰਦਗੀ ਦੇ ਵਿੱਚ ਭੈਣ ਜੀ ਹੁਣਾਂ ਦੀ ਮੈਨੂੰ ਗੱਲ ਬੜੀ ਸੋਹਣੀ ਲੱਗੀ ਕਿ ਉਹ ਕਹਿੰਦੇ ਕਿ ਆਪਣਾ ਟਾਈਮ ਪਾਸ ਵਧੀਆ ਗੁਜ਼ਾਰਾ ਹੋ ਰਿਹਾ ਹੈ। ਤੇ ਇਹ ਗੱਲ ਬੜੀ ਵਧੀਆ ਗੱਲ ਹੈ ਸੰਗਤ ਜੀ ਕਿ ਜਿੰਨੇ ਦੇ ਵਿੱਚ ਵੀ ਆ ਉਹਨੇ ਦੇ ਵਿੱਚ ਵੀ ਸ਼ੁਕਰ ਕਰਨਾ ਵਾਹਿਗੁਰੂ ਦਾ ਪਰਮੇਸ਼ਰ ਦਾ ਕਿ ਅਸੀਂ ਖੁਸ਼ ਹਾਂ, ਵਧੀਆ ਟਾਈਮ ਪਾਸ ਹੋ ਰਿਹਾ ਹੈ। ਸੋ ਫਿਰ ਵੀ ਸੰਗਤ ਜੀ ਇੱਕੋ ਹੀ ਚੀਜ਼ ਹੁਣ ਇਹਨਾਂ ਦੀ ਮੇਨ ਜਿਹੜਾ ਜਿਨ੍ਹਾਂ ਦਾ ਫੋਕਸ ਹੈ ਪਰਿਵਾਰ ਦਾ ਉਹ ਇਸੇ ਚੀਜ਼ ਦਾ ਹੈ ਕਿ ਜੇ ਇਹਨਾਂ ਦਾ ਸਟੋਨ ਦਾ ਜਿਹੜਾ ਵਾ ਉਹ ਆਪਰੇਟ ਹੋ ਜਾਵੇ, ਇਲਾਜ ਹੋ ਜਾਵੇ, ਤੇ ਜੇ ਇਲਾਜ ਹੋ ਜਾਵੇ ਤੇ ਸੰਗਤ ਜੀ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਇਹ ਆਪਣੀ ਜ਼ਿੰਦਗੀ ਨੂੰ ਅਗਾਂਹ ਤੋਰ ਸਕਦੇ ਨੇ। ਜੇ ਆਪਾਂ ਸੰਗਤ ਜੀ ਗੱਲ ਕਰੀਏ ਕਈ ਵਾਰੀ ਐਵੇਂ ਹੁੰਦਾ ਹੈ ਭਾਜੀ ਆਪਾਂ ਕੁਝ ਚੀਜ਼ਾਂ ਨੂੰ ਲੈ ਕੇ ਜਦੋਂ ਇੱਦਾਂ ਦੀਆਂ ਦਿੱਕਤਾਂ ਆਉਂਦੀਆਂ ਪਰਿਵਾਰਾਂ 'ਚ ਅਸੀਂ ਵਿਆਜੀ ਚੁੱਕ ਕੇ ਵੀ ਕਰ ਲੈਂਦੇ ਹਾਂ ਜਾਂ ਕਿੱਦਾਂ, ਪਰ ਮਤਲਬ ਮੇਰੇ ਹਿਸਾਬ ਨਾਲ ਤੁਸੀਂ ਇਹ ਵੀ ਨਹੀਂ, ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਕਮਾਈ ਦੀ ਗੱਲ ਜੀ ਕੀਤੀ ਵੀਰ ਜੀ ਉਹਨਾਂ ਨੇ 6 ਤੋਂ 7 ਹਜ਼ਾਰ ਰੁਪਏ ਮੇਰੇ ਹਿਸਾਬ ਨਾਲ 10% ਦੇ ਵੈਸੇ ਭਾਜੀ ਚੱਲਦੇ ਆ ਵਿਆਜੀ, ਕਿ ਇਹਦੇ ਤੋਂ ਵੱਧ ਵੀ ਕਈ ਲਾ ਜਾਂਦੇ। 10% ਹੀ ਚੱਲਦੇ ਸਰ, ਕਿਉਂਕਿ ਮੈਂ ਇੱਕ ਨਾ ਇਲਾਜ ਵਾਸਤੇ ਲੈ ਚੁੱਕਾ ਸੀ ਪੈਸੇ, ਮੁੜ ਕੇ ਮੇਰੇ ਥੋੜ੍ਹਾ ਜਿਹਾ ਪ੍ਰੋਬਲਮ ਆ ਗਈ ਵਿੱਚ, ਇਨਫੈਕਸ਼ਨ ਹੋ ਗਈ, ਉਹਦਾ ਪੈਸੇ ਉੱਥੇ ਮੇਰੇ ਲੱਗ ਗਏ। ਉਦੋਂ ਬਾਅਦ ਮੁੜ ਕੇ ਮੇਰੇ ਕੋਲ ਪੈਸੇ ਨਹੀਂ ਲੈ ਗਏ ਕਿਤੋਂ। ਠੀਕ ਹੈ ਜੀ, ਕਿੰਨੇ ਪੈਸੇ ਲਏ ਸੀ ਵੈਸੇ ਉਦੋਂ ਜਦੋਂ ਵਿਆਹ? ਮੈਂ ਸਰ 6-7 ਹਜ਼ਾਰ ਰੁਪਇਆ ਲਿਆ ਸੀ ਕਿਤੋਂ ਕੋ, ਮੈਂ ਦੁਕਾਨ ਤੋਂ ਰੱਖ ਕੇ ਆਪਣੇ ਇਲਾਜ ਵਾਸਤੇ ਗਿਆ ਸੀ, ਪਰ ਪੈਸੇ ਜ਼ਿਆਦਾ ਲੱਗਣੇ ਉੱਥੇ, ਮੁੜ ਕੇ ਮੇਰੇ ਕੋਲ ਇਲਾਜ ਨਹੀਂ ਆਇਆ। ਕਿੰਨੇ ਉਦੋਂ ਪੈਸੇ ਕਿਹਾ ਸੀ ਇਲਾਜ ਦੇ ਜਦੋਂ ਉਦੋਂ ਗਿਆ ਸੀ ਹਸਪੀਟਲ? ਉਹਨਾਂ ਸਰ 32,000 ਰੁਪਇਆ ਮੇਰੇ ਕੋਲ ਉਦੋਂ ਮੰਗਿਆ ਸੀ ਆਪਰੇਟ ਦਾ। ਹਾਂਜੀ, ਮੇਰੇ ਕੋਲ ਫਿਰ ਨਹੀਂ ਹੋ ਸਕਿਆ, ਮੈਂ ਕਰਵਾਇਆ ਨਹੀਂ। ਸੋ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਜੇ, ਮੈਂ ਉਹੀ ਗੱਲ ਆਪ ਸਭ ਸੰਗਤਾਂ ਨਾਲ ਕਰਨਾ ਕਿ 10% ਤੋਂ ਘੱਟ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਵਿਆਜ ਨਹੀਂ ਦਿੰਦਾ। ਵੀਰ ਜੀ ਉਹਨਾਂ ਨੇ ਜਿਵੇਂ ਗੱਲ ਕੀਤੀ ਆਪ ਜੀ ਨਾਲ ਸਾਂਝੀ ਕਿ 6 ਤੋਂ 7 ਹਜ਼ਾਰ ਰੁਪਈਆ ਮੈਂ ਲਿਆ ਸੀ, ਪਰ ਜਦੋਂ ਹਸਪੀਟਲ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਸੰਗਤ ਜੀ 30 ਤੋਂ 32 ਹਜ਼ਾਰ ਰੁਪਏ ਦਾ ਜਿਹੜਾ ਵਾ ਉਹ ਖਰਚਾ ਕੀਤਾ। ਤੇ ਆਪ ਸਭ ਸੰਗਤਾਂ ਸਮਝ ਹੀ ਸਕਦੀਆਂ ਨੇ ਕਿ ਜਿਹੜਾ ਬੰਦਾ 6-7 ਹਜ਼ਾਰ ਰੁਪਈਆ ਆਪਣੀ ਕਿਰਤ ਕਰਦਾ ਹੋਵੇ, ਫਿਰ ਪਰਿਵਾਰ ਨੂੰ ਪਾਲਣਾ, ਰਾਸ਼ਨ ਪਾਣੀ, ਬੱਚਿਆਂ ਦੀ ਪੜ੍ਹਾਈ ਦਾ ਵੀ, ਤੇ ਸੰਗਤ ਜੀ ਸਮਝ ਹੀ ਸਕਦੇ ਕਿ ਕਿੰਨਾ ਔਖਾ ਹੋ ਜਾਂਦਾ ਬੰਦਾ ਮੁੜ ਕੇ ਜਿਹੜਾ ਵਾ ਕਿ ਉਹ ਵਾਪਸ ਘਰ ਆ ਜਾਂਦਾ ਹੈ ਤੇ ਆਪਣੇ ਜਿੰਨੇ ਦੇਸੀ ਨੁਕਤੇ ਹੁੰਦੇ ਨੇ ਉਹ ਕਰਦਾ ਹੈ।
ਪਰ ਫਿਰ ਵੀ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਇਸੇ ਹੀ ਕਰਕੇ ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਪਹੁੰਚ ਕਰਕੇ ਤੇ ਇਹੋ ਜਿਹੇ ਲੋੜਵੰਦ ਪਰਿਵਾਰਾਂ ਜਿਹੜੇ ਕਿਰਤੀ ਨੇ, ਸੱਚੀ ਆਪਣੀ ਕਿਰਤ ਕਰਨਾ ਚਾਹੁੰਦੇ ਨੇ ਕਿ ਅਸੀਂ ਠੀਕ ਹੋ ਕੇ ਆਪਣੀ ਕਿਰਤ ਕਰ ਲਈਏ, ਤੇ ਉਹਨਾਂ ਦੇ ਤੱਕ ਜਿਹੜੀ ਉਹ ਆਪ ਸਭ ਸੰਗਤਾਂ ਦੀ ਸਾਂਝ ਪਵਾਉਂਦਾ ਹੈ। ਤੇ ਸੰਗਤ ਜੀ ਅੱਜ ਇੱਕ ਹੋਰ ਪਰਿਵਾਰਕ ਮੈਂਬਰ ਆਪ ਜੀ ਦੀ ਝੋਲੀ ਵਿੱਚ ਅਸੀਂ ਪਾਉਣ ਜਾ ਰਹੇ ਹਾਂ, ਵੀਰ ਜੀ ਹੁਣੀ, ਤੇ ਜ਼ਰੂਰ ਇਹਨਾਂ ਦਾ ਸਹਿਯੋਗ ਕਰੋ ਤਾਂ ਜੋ ਵੀਰ ਜੀ ਹੁਣੀ ਠੀਕ ਹੋ ਕੇ ਤੇ ਆਪਣੀ ਜ਼ਿੰਦਗੀ ਚੰਗੇ ਤਰੀਕੇ ਦੇ ਨਾਲ ਬਤੀਤ ਕਰ ਸਕਣ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਅੰਤ ਵਿੱਚ ਬੁਲਾ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੇ ਗੁਰਦੇ ਵਿੱਚ ਕਾਫੀ ਵੱਡੀ ਪੱਥਰੀ ਆ, ਮਤਲਬ 35 mm ਦੀ ਘੱਟ ਤੋਂ ਘੱਟ। ਤੇ ਜੇ ਆਪਾਂ ਇਹ ਪੱਥਰੀ ਦਾ ਸਕੈਨ ਨਾ ਹੁੰਦਾ, ਜਿਵੇਂ ਪੇਸ਼ੈਂਟ ਨੂੰ ਕਾਫੀ ਟਾਈਮ ਤੋਂ ਦਰਦ ਹੈ, ਤੇ ਜੇ ਇਸ ਸਕੈਨ ਨਾ ਹੋਵੇ ਤੇ ਹੌਲੀ ਹੌਲੀ ਜਾ ਕੇ ਇਹ ਗੁਰਦੇ ਨੂੰ ਫੇਲ ਕਰ ਸਕਦੀ ਹੈ ਪੂਰਾ। ਤੇ ਇਸ ਲਈ ਇਸ ਪੇਸ਼ੈਂਟ ਦਾ ਟਾਈਮ 'ਤੇ ਸਕੈਨ ਹੋਣਾ ਤੇ ਟਾਈਮ 'ਤੇ ਆਪਰੇਟ ਹੋਣਾ ਬਹੁਤ ਹੀ ਜ਼ਰੂਰੀ ਆ। ਤੇ ਉਸ ਦੇ ਨਾਲ ਇਹਨਾਂ ਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ, ਜੋ ਕਿ ਹੁਣ ਇਹਨਾਂ ਨੂੰ ਥੋੜ੍ਹੀ ਜਿਹੀ ਇਨਫੈਕਸ਼ਨ ਹੋ ਚੁੱਕੀ ਹੈ ਨਾਲ ਯੂਰੇਟਰ ਵਿੱਚ। ਤੇ ਉਹ ਪਿਸ਼ਾਬ ਦੇ ਰਾਹੀਂ ਇੰਨੀ ਵੱਡੀ ਪੱਥਰੀ ਨਿਕਲਣੀ ਬਹੁਤ ਹੀ ਮੁਸ਼ਕਿਲ ਆ। ਤੇ ਇਹਦਾ ਇਲਾਜ ਸਿਰਫ ਸਰਜਰੀ ਨਾਲ ਹੀ ਹੋ ਸਕਦਾ ਹੈ, ਕਿਉਂਕਿ ਪੱਥਰੀ ਜਿਵੇਂ 35 mm ਦੀ ਹੈ, ਕਾਫੀ ਵੱਡੀ ਹੈ, ਨਾਲ ਇਨਫੈਕਸ਼ਨ ਵੀ ਹੋ ਰਹੀ ਹੈ। ਤੇ ਜੇ ਨਹੀਂ ਆਪਰੇਟ ਕਰਾਉਂਦੇ ਤੇ ਅੱਗੇ ਜਾ ਕੇ ਵੀ ਇਹਨਾਂ ਨੂੰ ਕੰਪਲੀਕੇਸ਼ਨਸ ਆ ਸਕਦੀਆਂ। ਸੰਗਤ ਟੀਵੀ ਨਾਲ ਦੇਖ ਰਹੀਆਂ ਸਵੇਰ, ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਅਸੀਂ ਫੇਰ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਪਹੁੰਚੇ ਹਾਂ। ਸੰਗਤ ਜੀ ਪਿਛਲੇ ਦਿਨੀ ਆਪ ਸਭ ਸੰਗਤਾਂ ਦੇ ਨਾਲ ਇੱਕ ਪਰਿਵਾਰਕ ਮੈਂਬਰ ਦੀ ਸਾਂਝ ਪਵਾਈ ਸੀ, ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਸਦਕਾ ਅੱਜ ਵੀਰ ਜੀ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਜਿਹੜਾ ਵਾ ਉਹ ਦਾਖਲ ਕਰਵਾ ਦਿੱਤਾ ਗਿਆ ਹੈ। ਜੇ ਮੈਂ ਥੋੜ੍ਹੀ ਜਿਹੀ ਪਿਛਲੇ ਧਿਆਨ ਦਵਾ ਦੇਵਾਂ ਆਪ ਜੀ ਪਰਿਵਾਰ ਵੱਲ ਸੰਗਤ ਜੀ, ਤਾਂ ਵੀਰ ਜੀ ਉਹਨਾਂ ਨੂੰ ਪਿਛਲੇ ਕਾਫੀ ਸਾਲਾਂ ਤੋਂ 6-7 ਸਾਲ ਹੀ ਹੋ ਗਏ ਹੋਣੇ, 10 ਸਾਲ ਹੋ ਗਏ ਨੇ ਸੰਗਤ ਜੀ। 10 ਸਾਲਾਂ ਤੋਂ ਜਿਹੜੀ ਸੀ ਉਹ ਪੱਥਰੀ ਦੀ ਪ੍ਰੋਬਲਮ ਸੀ, ਪਰ ਘਰ ਦੇ ਹਾਲਾਤਾਂ ਕਰਕੇ ਵੀਰ ਜੀ ਹੁਣੀ ਆਪਣਾ ਪ੍ਰੋਪਰ ਜਿਹੜਾ ਸੀ ਉਹ ਇਲਾਜ ਨਹੀਂ ਕਰਵਾ ਸਕੇ ਸੀ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਜਿੱਥੇ ਦੇਸੀ ਦਵਾਈ ਦੀ ਜਾਂ ਹੋਰ ਚੀਜ਼ਾਂ ਦੀ ਸਾਨੂੰ ਦੱਸ ਪੈਂਦੀ, ਤੇ ਸਾਨੂੰ ਹੁੰਦਾ ਹੈ ਚਲੋ ਵੀ ਨਾ ਹੀ ਜ਼ਿਆਦਾ ਵੱਡਾ ਖਰਚਾ ਸਾਨੂੰ ਕਰਨਾ ਪਵੇ ਤੇ ਥੋੜ੍ਹੇ ਦੇ ਵਿੱਚ ਹੀ ਸਰ ਜਾਵੇ। ਪਰ ਆਪਣੇ ਤੌਰ 'ਤੇ ਉਸੇ ਹੀ ਤਰੀਕੇ ਦੇ ਨਾਲ ਵੀਰ ਬਲਜੀਤ ਸਿੰਘ ਹੁਣਾਂ ਨੇ ਕਾਫੀ ਸੰਗਤ ਜੀ ਜਿਹੜਾ ਸੀ ਉਹ ਆਪਣਾ ਟਰੀਟਮੈਂਟ ਕਰਵਾਇਆ, ਪਰ ਫਿਰ ਵੀ ਕੋਈ ਹੱਲ ਨਾ ਨਜ਼ਰ ਆਇਆ। ਇਸ ਕਰਕੇ ਸੰਗਤ ਜੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਪਿੰਡ ਕੋਟ ਧਰਮਚੰਦ ਵਿਖੇ ਪਹੁੰਚ ਕਰਕੇ ਤੇ ਵੀਰ ਜੀ ਉਹਨਾਂ ਦੀ ਸਾਂਝ ਆਪ ਜੀ ਦੇ ਨਾਲ ਪਵਾਈ ਸੀ, ਕਿਉਂਕਿ ਆਪ ਸਭ ਸੰਗਤਾਂ ਨੇ ਸੇਵਾ ਚੁੱਕੀ ਹੋਈ ਹੈ ਕਿ ਜਿੱਥੇ ਵੀ ਕੋਈ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਆਪਣਾ ਸਹਿਯੋਗ ਦੇ ਕੇ ਤੇ ਉਹਨੂੰ ਤੰਦਰੁਸਤੀ ਦੀ ਦਾਤ ਜਿਹੜੀ ਉਹ ਪਹੁੰਚਾਉਂਦੇ ਜੋ। ਸੋ ਉਸੇ ਹੀ ਸੰਬੰਧ ਵਿੱਚ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਵੀਰ ਜੀ ਹੁਣੀ ਪਿਛਲੇ 10 ਸਾਲਾਂ ਤੋਂ ਜਿਹੜੇ ਸੀ ਇਸ ਪ੍ਰੋਬਲਮ ਦੇ ਵਿੱਚ ਜਿਹੜੇ ਸੀ ਉਹ ਗੁਜ਼ਰ ਰਹੇ ਸੀ, ਤੇ ਆਪ ਜੀ ਦੇ ਸਹਿਯੋਗ ਸਦਕਾ ਅੱਜ ਅਸੀਂ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਹੈ। ਇਸ ਵਕਤ ਅਸੀਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਜਨਰਲ ਵਾਰਡ ਦੇ ਵਿੱਚ ਮੌਜੂਦ ਹਾਂ। ਆਓ ਸੰਗਤ ਜੀ ਆਪ ਜੀ ਦੀ ਸਾਂਝ ਵੀਰ ਜੀ ਉਹਨਾਂ ਦੇ ਨਾਲ ਪਵਾਉਂਦੇ ਹਾਂ, ਕਿਉਂਕਿ ਕਾਫੀ ਲੰਮਾ ਸਮਾਂ ਇਹਨਾਂ ਨੇ ਕਾਫੀ ਦਿੱਕਤ ਦੇ ਵਿੱਚ ਕੱਢਿਆ ਹੈ।
ਪਿੱਛੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਕਿੰਨੀਆਂ ਹੁੰਦੀਆਂ ਨੇ। ਸੋ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀਰ ਜੀ ਹੁਣੀ ਆਪਣੇ ਇਲਾਜ ਤੋਂ ਅਸਮਰੱਥ ਸਨ। ਪਰ ਅੱਜ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੇ ਸਹਿਯੋਗ ਸਦਕਾ ਵੀਰ ਜੀ ਹੁਣਾਂ ਨੂੰ ਦਾਖਲ ਕਰਵਾ ਦਿੱਤਾ ਹੈ। ਤੇ ਆਓ ਆਪ ਸਭ ਸੰਗਤਾਂ ਦੀ ਸਾਂਝ ਵੀਰ ਜੀ ਹੁਣਾਂ ਦੇ ਨਾਲ ਪਾਉਂਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਹੁਣ ਤੁਹਾਡਾ ਵੀਰ ਜੀ? ਠੀਕ ਹੈ ਸਰ, ਹੁਣ ਠੀਕ ਹੋਵਾਂਗੇ। ਤੁਸੀਂ ਮਦਦ ਕਰਤੀ ਹੈ ਭੈਣ ਭਰਾਵਾਂ ਨੇ, ਚਲੋ। ਹਾਂਜੀ ਡਾਕਟਰ ਸਾਹਿਬ ਹੁਣਾਂ ਨੂੰ ਤੁਸੀਂ ਉਹ ਮਿਲੇ ਹੋਣੇ ਜਾਂ ਅਲਟਰਾਸਾਊਂਡ ਦੀ ਰਿਪੋਰਟ ਕਿੰਨੇ MM ਦੀ ਮਤਲਬ ਪੱਥਰੀ ਜਦੋਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਕਰਵਾਇਆ ਸੀ ਉਦੋਂ ਕਿੰਨੇ MM ਦੀ ਸੀ ਪੱਥਰੀ? ਸਰ, ਮੈਂ 6 ਸਾਲ ਪਹਿਲਾਂ ਕਰਾਇਆ ਸੀ, ਉਦੋਂ 20 mm ਦੀ ਆਈ। ਅਤੇ ਹੁਣ ਜਿਹੜਾ ਕਰਾਇਆ ਵਾ ਇਹ 35 mm ਦੀ ਆਈ ਹੈ। ਹਾਂਜੀ, ਅਤੇ 2 ਆਈਆਂ ਪੱਥਰੀਆਂ। ਹਾਂਜੀ। ਤੋ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਜੇ ਕਿ 20 MM ਦੀ ਸੀ ਜਿਹੜੀ ਪਹਿਲਾਂ ਪੱਥਰੀ, ਅੱਜ ਤੋਂ 6 ਸਾਲ ਪਹਿਲਾਂ ਇਹਨਾਂ ਨੇ ਅਲਟਰਾਸਾਊਂਡ ਕਰਵਾਇਆ ਸੀ, ਉਹ ਵੱਧ ਕੇ ਹੁਣ 35 MM ਦੀ ਜਿਹੜੀ ਹੈ ਉਹ ਪੱਥਰੀ ਹੋ ਗਈ। ਮੇਰੇ 2 ਸਟੋਨ ਕਿਹਾ ਤੁਸੀਂ, 2 ਪੱਥਰੀਆਂ ਨੇ। ਇੱਕ ਦੀ ਗੱਲ ਜੇ ਕੀਤੀ ਜਾਵੇ ਤਾਂ 35 MM ਦੀ ਜਿਹੜੀ ਹੈ ਉਹ ਸਟੋਨ ਇਹਨਾਂ ਦੇ ਹੋ ਗਈ ਹੈ। ਸੋ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਜੀ ਕਿ ਕਿੰਨੀ ਦਿੱਕਤ ਦੇ ਵਿੱਚ ਸੀ ਇਹ। ਪਰ ਫਿਰ ਵੀ ਤੁਹਾਨੂੰ ਪਤਾ ਹੈ ਕਿ ਜਿੱਥੇ ਮਜਬੂਰੀਆਂ ਨੇ ਬੰਦੇ ਨੂੰ ਘੇਰਿਆ ਹੁੰਦਾ ਹੈ, ਉਦੋਂ ਫਿਰ ਬੰਦਾ ਕਹਿੰਦਾ ਹੈ ਕਿ ਥੋੜ੍ਹੀ ਬਹੁਤੀ ਦਵਾਈ ਦਾਰੂ ਖਾ ਕੇ ਆਪਣਾ ਸਰੀਰ ਚਲਾ ਲੈਂਦਾ ਹੈ। ਪਰ ਪ੍ਰੋਪਰ ਤੌਰ 'ਤੇ ਜਿਹੜਾ ਉਹ ਆਰਾਮ ਨਹੀਂ ਸੀ ਹੋ ਰਿਹਾ। ਸੋ ਇਸੇ ਕਰਕੇ ਸੰਗਤ ਜੀ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਨੇ ਪਿੰਡ ਕੋਟ ਧਰਮਚੰਦ ਵਿਖੇ ਪਹੁੰਚ ਕਰਕੇ ਤੇ ਆਪ ਸਭ ਸੰਗਤਾਂ ਦੀ ਜਿਹੜੀ ਸੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਵੀਰ ਬਲਜੀਤ ਸਿੰਘ ਹੁਣਾਂ ਦੀ ਪਾਈ ਸੀ। ਪਿਛਲੀ ਵੀਡੀਓ ਦੇ ਵਿੱਚ ਮੈਂ ਆਪ ਸਭ ਸੰਗਤਾਂ ਨੂੰ ਉਹਨਾਂ ਦੇ ਪਰਿਵਾਰਕ ਹਾਲਾਤ ਵੀ ਦਿਖਾਏ ਸਨ ਕਿ ਕਿਵੇਂ ਦੇ ਉਹ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਊ ਰਹੇ ਨੇ, ਆਪਣਾ ਟਾਈਮ ਪਾਸ ਕਰ ਰਹੇ ਨੇ। ਵੀਰ ਜੀ, ਹੁਣ ਸੰਗਤਾਂ ਵੱਲੋਂ ਜਿਹੜਾ ਵਾ ਕਿ ਤੁਹਾਡਾ ਇਲਾਜ ਜਿਹੜਾ ਸ਼ੁਰੂ ਹੋ ਗਿਆ ਹੈ, ਮੈਂ ਚਾਹੁੰਦਾ ਜ਼ਰੂਰ ਅਗਾਂਹ ਵੀ ਆਪਾਂ ਨੂੰ ਕਾਫੀ ਲੋੜ ਹੈ ਸੰਗਤ ਦੇ ਸਾਥ ਦੀ, ਕਿਉਂਕਿ ਅੱਗੇ ਵੀ ਟ੍ਰੀਟਮੈਂਟ ਜਿਹੜਾ ਹੈ ਚੱਲਣਾ ਹੈ। ਮੈਂ ਕਹਿੰਦਾ ਤੁਸੀਂ ਵੀ ਕੁਛ ਆਪਣੇ ਦਿਲ ਦੀ ਗੱਲ ਸੰਗਤ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ ਬਚਨ ਸਾਂਝੇ ਕਰੋ। ਮੈਂ ਤਾਂ ਇਹ ਕਹਿ ਸਕਦਾ ਸਰ ਵੀ ਬਹੁਤ ਧੰਨਵਾਦ ਜਿਹੜੀ ਭੈਣ ਭਰਾਵਾਂ ਨੇ ਰਲ ਮਿਲ ਕੇ ਆਪਣਾ ਆਪ ਸਭ ਸੰਗਤਾਂ ਦਾ ਵੀਰ ਜੀ ਹੁਣੀ ਜਿਹੜੇ ਨੇ ਉਹ ਧੰਨਵਾਦ ਕਰਦੇ ਨੇ, ਕਿਉਂਕਿ ਧੰਨਵਾਦ ਕਰਨਾ ਸੰਗਤ ਜੀ ਬਣਦਾ ਵੀ ਆ ਜਦੋਂ ਬੰਦੇ ਦੀ ਕਿਤੇ ਹੋਰ ਤੱਕ ਪਹੁੰਚ ਨਹੀਂ ਪੈਂਦੀ। ਤੇ ਅਸੀਂ ਆਪਣੇ ਇਤਿਹਾਸ ਨੂੰ ਵੀ ਪੜ੍ਹਦੇ ਹਾਂ, ਬਾਣੀ ਨੂੰ ਵੀ ਪੜ੍ਹਦੇ ਹਾਂ, ਤੇ ਗੁਰੂ ਸਾਹਿਬ ਜੀ ਕਹਿੰਦੇ ਜਿੱਥੇ ਕੋਈ ਆਣ ਕੇ ਨਹੀਂ ਖੜਦਾ ਫਿਰ ਉੱਥੇ ਗੁਰੂ ਆਪ ਆਣ ਕੇ ਸਹਾਈ ਹੁੰਦਾ ਹੈ। ਸੋ ਅਸੀਂ ਸੰਗਤ ਜੀ ਅੰਮ੍ਰਿਤ ਬਾਣੀ ਦਾ ਵੀ ਇਹ ਬਚਨ ਪੜ੍ਹਦੇ ਹਾਂ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ, ਕਿ ਇਸ ਪੂਰੀ ਕਾਇਨਾਤ ਦੇ ਵਿੱਚ ਜੇ ਕੋਈ ਪੂਰੀ ਜੀਵ ਜੰਤ ਦਾ ਰਾਖਾ ਹੈ ਤੇ ਉਹ ਪ੍ਰਮਾਤਮਾ ਅਕਾਲ ਪੁਰਖ ਹੈ, ਜਿਹੜਾ ਘਟ ਘਟ ਦੇ ਵਿੱਚ ਵਰਤ ਰਹੇ ਜੀਵਾਂ ਦੀ ਵੀ ਪਾਲਣਾ ਕਰਦਾ ਹੈ। ਸੋ ਉਸੇ ਹੀ ਪ੍ਰਮਾਤਮਾ ਦੀ ਸਿੱਖਿਆ ਨੂੰ ਆਪ ਸਭ ਸੰਗਤਾਂ ਆਪਣੀ ਜ਼ਿੰਦਗੀ ਦੇ ਵਿੱਚ ਵਸਾਈ ਬੈਠੇ ਜੋ, ਤਾਂ ਹੀ ਹਰ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੇ ਲਈ ਤੁਸੀਂ ਸੰਗਤ ਜੀ ਅੱਗੇ ਆਉਂਦੇ ਜੇ, ਜਿੱਥੇ ਕੋਈ ਆਸਰਾ ਨਹੀਂ ਆਣ ਕੇ ਖੜਦਾ। ਕਿਉਂਕਿ ਬੰਦਾ ਜਦੋਂ ਮੇਰੇ ਖਿਆਲ 'ਚ ਵੀਰ ਜੀ ਦੁਖੀ ਹੁੰਦਾ ਹੈ, ਜਦੋਂ ਉਹਦੀ ਕਿਤੇ ਪਹੁੰਚ ਨਹੀਂ ਫਿਰਦੀ, ਤੇ ਫਿਰ ਉਹ ਰੱਬ ਅੱਗੇ ਅਰਜ਼ੋਈਆਂ ਕਰਦਾ ਕਿ ਨਹੀਂ ਵੀਰ? ਮਾਲਕ ਅੱਗੇ ਹੈ ਸਰ। ਹਾਂਜੀ ਬਿਲਕੁਲ ਜੀ, ਉਸ 'ਤੇ ਵੀ ਮੁੜ ਕੇ ਡੋਰੀਆਂ ਹੁੰਦੀਆਂ ਵੀ ਤੂੰ ਹੀ ਆ ਪਰਮਾਤਮਾ ਨੂੰ। ਅਤੇ ਚਲੋ ਕੋਈ ਭੈਣ ਭਰਾ ਰਲ ਮਿਲ ਕੇ ਚਲੋ ਸਹਾਈ ਹੋ ਗਿਆ ਮਾਲਕ। ਅਤੇ ਸੋ ਸੰਗਤ ਜੀ ਵੀਰ ਜੀ ਹੁਣ ਬਿਲਕੁਲ, ਕਿਉਂਕਿ ਇਹ ਸਮਾਂ ਇਵੇਂ ਦਾ ਹੁੰਦਾ ਹੈ ਜਿੱਥੇ ਬੰਦਾ ਸਿਰਫ ਰੱਬ ਦੇ ਡੋਰਾਂ ਕਰਦਾ। ਕਿਉਂਕਿ ਜੇ ਆਪਾਂ ਕਿਸੇ ਦੇ ਚਲੋ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜੀ ਕੋਈ ਭੈਣ ਭਰਾ ਜਾਂ ਕਿੱਦਾਂ, ਮਹਿੰਗਾਈ ਵੀ ਇੰਨੀ ਵੱਧ ਗਈ ਹੈ, ਮਸਾਂ ਆਪੋ ਆਪਣੇ ਪਰਿਵਾਰ ਹੀ ਬੰਦਾ ਪੜ੍ਹਦਾ ਹੈ। ਅਤੇ ਫਿਰ ਆਪਾਂ ਬਾਣੀ 'ਚ ਵੀ ਇਹ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਬਾਣੀ ਦੇ ਵਿੱਚ ਵੀ ਇਹ ਗੱਲ ਕਹਿੰਦੇ ਨੇ, ਮੈਂ ਤਾਨ ਦੀ ਬਾਣ ਤੂੰ ਹੈ ਮੇਰਾ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਿ ਅਸੀਂ ਹੋਰ ਕਿਸੇ ਅੱਗੇ ਤੇ ਇਹ ਜੋਦੜੀ ਬੇਨਤੀ ਕਰ ਹੀ ਨਹੀਂ ਸਕਦੇ। ਇਹ ਅਰਦਾਸ ਬੇਨਤੀ ਤਾਂ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਬੰਦਾ ਜਦੋਂ ਦੁਖੀ ਹੁੰਦਾ ਹੈ ਕਰ ਸਕਦਾ ਹੈ ਕਿ ਰੱਬਾ ਹੁਣ ਤੂੰ ਹੀ ਸਹਾਈ ਹੈ, ਹੁਣ ਤੂੰ ਹੀ ਆਣ ਕੇ ਜਿਹੜਾ ਵਾ ਮੈਨੂੰ ਇਸ ਦਲਦਲ ਦੇ ਵਿੱਚੋਂ ਕੱਢ ਕੇ ਤੇ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਜਿਹੜਾ ਵਾ ਉਹ ਢੰਗ ਬਖਸ਼ ਸਕਦਾ, ਉਹ ਸਲੀਕਾ ਦੇ ਸਕਦਾ ਹੈ। ਸੋ ਇਸੇ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਬਹੁਤ ਵਡਭਾਗੇ ਜੋ ਗੁਰੂ ਸਾਹਿਬ ਆਪ ਸਭ ਸੰਗਤਾਂ ਤੋਂ ਇਹ ਜਿਹੜੀ ਇਹ ਸੇਵਾ ਲੈ ਰਿਹਾ ਹੈ।
ਕਿਉਂਕਿ ਇਹ ਸਭ ਤੋਂ ਉੱਤਮ ਸੇਵਾ ਹੈ। ਜੇ ਆਪਾਂ ਦੇਖਿਆ ਜਾਈਏ ਤਾਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਿ ਰੱਬੀ ਦਰਗਾਹ ਦੇ ਵਿੱਚ ਵੀ ਅਸੀਂ ਉਦੋਂ ਹੀ ਮਾਣ ਸਤਿਕਾਰ ਪਾ ਸਕਦੇ ਹਾਂ ਜੇ ਜੀਂਦੇ ਜੀ ਅਸੀਂ ਇਸ ਸਮਾਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਸੇ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਮਦਦ ਕਰਦੇ ਹਾਂ। ਸੋ ਇਸੇ ਹੀ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਬਹੁਤ ਵਡਭਾਗੇ ਜੋ, ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝ ਪਾ ਰਹੇ ਸੀ ਵੀਰ ਬਲਜੀਤ ਸਿੰਘ ਉਹਨਾਂ ਨੂੰ, ਤੇ ਇੱਥੇ ਹੀ ਸਾਡੇ ਕੋਲ ਮੈਮ ਸੁਦੀਪ ਪਹੁੰਚ ਚੁੱਕੇ ਨੇ, ਤੇ ਆਓ ਸਭ ਸੰਗਤਾਂ ਦੀ ਸਾਂਝ ਮੈਮ ਉਹਨਾਂ ਦੇ ਨਾਲ ਬੋਲਣੇ। ਮੈਮ ਇਹ ਜਿਹੜਾ ਪੇਸ਼ੈਂਟ ਸਾਡੇ ਕੋਲ ਆਇਆ ਬਲਜੀਤ ਸਿੰਘ, ਮੈਂ ਚਾਹੁੰਦਾ ਜ਼ਰੂਰ ਆਪ ਜੀ ਇਹਨਾਂ ਦੀ ਜਾਣਕਾਰੀ ਸੰਗਤ ਨਾਲ ਜ਼ਰੂਰ ਸਾਂਝੀ ਕਰੋ ਕਿ ਇਹਨਾਂ ਨੂੰ ਕੀ ਦਿੱਕਤ ਆਈ ਹੈ ਤੇ ਕੀ ਅੱਗੇ ਪਲੈਨਿੰਗ। ਠੀਕ ਹੈ, ਇਹ ਮਰੀਜ਼ ਬਲਜੀਤ ਸਿੰਘ ਪਹੁੰਚੇ ਨੇ ਸਾਡੇ ਕੋਲ ਪੇਟ ਦਰਦ ਦੀ ਸ਼ਿਕਾਇਤ ਨਾਲ ਬੇਸਿਕਲੀ, ਔਰ ਪਿਸ਼ਾਬ ਇਹਨਾਂ ਨੂੰ ਲੱਗ ਕੇ ਆਉਂਦਾ ਸੀ। ਆਪਾਂ ਇਹਨਾਂ ਦੀ ਅਲਟਰਾਸਾਊਂਡ ਕਰਾਈ ਆ ਸਭ ਤੋਂ ਪਹਿਲਾਂ, ਜਿਹਦੇ ਵਿੱਚ 35 mm ਦੀ ਖੱਬੇ ਬੰਨੇ ਗੁਰਦੇ ਦੇ ਵਿੱਚ ਇੱਕ ਪੱਥਰੀ ਆਈ ਹੈ, ਜਿਹਦੇ ਕਰਕੇ ਜ਼ਿਆਦਾ ਇਹਨਾਂ ਨੂੰ ਸ਼ਿਕਾਇਤ ਆ ਰਹੀ ਸੀ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਇੱਕ ਟੈਸਟ ਹੁੰਦਾ ਹੈ IVP, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੋਕੇਸ਼ਨ ਕਿੱਥੇ ਹੈ ਪੱਥਰੀ ਦੀ, ਉਹ ਕਰਵਾਇਆ ਸੀਗਾ। ਔਰ ਉਹ ਦੋਵੇਂ ਟੈਸਟ ਹੋ ਗਏ ਆ ਪੇਸ਼ੈਂਟ ਦੇ। ਕੁਝ ਬਲੱਡ ਟੈਸਟ ਹੋਰ ਲਿਖੇ ਹੈ ਸ਼ੂਗਰ ਵਗੈਰਾ ਦੇਖਣ ਲਈ, ਪੇਸ਼ੈਂਟ ਦੇ ਵਾਇਰਲਸ, ਰੂਟੀਨ ਟੈਸਟ, ਉਹਨਾਂ ਦੀ ਰਿਪੋਰਟ ਹਾਲੀ ਆਉਣ ਵਾਲੀ ਹੈ। ਔਰ ਬੇਸਿਕਲੀ ਪੇਸ਼ੈਂਟ ਦਾ PCNL ਪਲਾਨ ਹੋਏਗਾ ਪੱਥਰੀ ਨੂੰ ਕੱਢਣ ਵਾਸਤੇ, ਜਿਹੜਾ ਪ੍ਰੋਸੀਜਰ ਕੀਤਾ ਜਾਣਾ। ਤੇ ਜਦੋਂ ਟੈਸਟਾਂ ਦੀ ਰਿਪੋਰਟ ਆਉਂਦੀ ਹੈ ਉਹ ਸਾਰਾ ਕੁਝ ਦੇਖ ਕੇ ਜੇ ਸਭ ਕੁਝ ਠੀਕ ਹੋਇਆ ਫਿਰ ਅਸੀਂ ਪੇਸ਼ੈਂਟ ਨੂੰ OT ਸ਼ਿਫਟ ਕਰਾਂਗੇ ਤੇ ਆਪਰੇਸ਼ਨ ਇਹਦਾ ਕੀਤਾ ਜਾਏਗਾ। ਸੋ ਸੰਗਤ ਜੀ ਡਾਕਟਰ ਸਾਹਿਬ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਅਹਿਮ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਦਿੱਤੀ ਗਈ ਹੈ ਕਿ ਅਲਟਰਾਸਾਊਂਡ ਤੋਂ ਬਾਅਦ ਜਿਹੜੀ ਸੀ ਪੱਥਰੀ ਜਿਹੜੀ ਹੈ ਉਹ 35 mm ਦੀ ਜਿਹੜੀ ਹੈ ਉਹ ਆਈ ਹੈ ਇਹਨਾਂ ਦੇ ਸਟੋਨ। ਤੇ ਕੁਝ ਰੂਟੀਨ ਦੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਜਿਵੇਂ ਸ਼ੂਗਰ ਦੇ ਜਾਂ ਬਲੱਡ ਦੇ ਜਿਹੜੇ ਟੈਸਟ ਹੋਣੇ ਨੇ, ਜੇ ਉਹ ਬਿਲਕੁਲ ਸਹੀ ਆਉਂਦੇ ਨੇ, ਫਿਟਨੈਸ ਪੂਰੀ ਪ੍ਰੋਪਰ ਆਉਂਦੀ ਹੈ, ਤਾਂ ਫਿਰ ਅੱਜ OT ਦੇ ਵਿੱਚ ਜਿਹੜਾ ਇਹਨਾਂ ਨੂੰ ਸ਼ਿਫਟ ਕਰਕੇ ਤੇ ਸੰਗਤ ਜੀ ਵੀਰ ਜੀ ਉਹਨਾਂ ਦਾ ਜਿਹੜਾ ਵਾ ਆਪਰੇਟ ਜਿਹੜਾ ਉਹ ਹੋ ਜਾਏਗਾ। ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਵੀਰ ਬਲਜੀਤ ਸਿੰਘ ਨੂੰ ਕੋਟ ਧਰਮਚੰਦ ਤੋਂ ਲੈ ਕੇ ਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤੱਕ ਪਹੁੰਚ ਜਿਹੜੀ ਹੈ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਨੇ ਜਿਹੜੀ ਹੈ ਉਹ ਕਰਵਾ ਦਿੱਤੀ ਗਈ ਹੈ। ਹੁਣ ਆਪ ਸਭ ਸੰਗਤਾਂ ਦਾ ਭਰੋਸਾ, ਆਪ ਸਭ ਸੰਗਤਾਂ ਦਾ ਸਾਥ ਹੋਰ ਵੀ ਵੱਧ ਚੜ ਕੇ ਚਾਹੀਦਾ ਹੈ, ਕਿਉਂਕਿ ਵੀਰ ਜੀ ਉਹਨਾਂ ਦੇ ਆਪਰੇਟ ਤੋਂ ਬਾਅਦ ਜਿਹੜੀ ਇਹ ਦਵਾਈ ਵੀ ਚੱਲਣੀ ਹੈ। ਸੋ ਸੰਗਤ ਜੀ ਇਸ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੀ ਹੈ ਕਿ ਜੇ ਆਪ ਸਭ ਸੰਗਤਾਂ ਜਿੱਦਾਂ ਹੁਣ ਤੱਕ ਇੰਨਾ ਸਹਿਯੋਗ ਕੀਤਾ ਹੈ ਹੋਰ ਵੀ ਕਰ ਦਿਓਗੇ ਤਾਂ ਵੀਰ ਜੀ ਹੁਣੀ ਬਿਲਕੁਲ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਦੇ ਨੇ। ਸੋ ਸੰਗਤ ਜੀ ਇੱਥੇ ਸਾਡੇ ਕੋਲ ਵੀਰ ਬਲਜੀਤ ਸਿੰਘ ਹੋਣਾ ਦੀ ਧਰਮ ਪਤਨੀ ਵੀ ਸਾਡੇ ਕੋਲ ਹੀ ਮੌਜੂਦ ਨੇ, ਤੇ ਆਓ ਆਪ ਸਭ ਸੰਗਤਾਂ ਦੀ ਸਾਂਝ ਭੈਣ ਜੀ ਉਹਨਾਂ ਦੇ ਨਾਲ ਵੀ ਅਸੀਂ ਪਾਉਂਦੇ ਹਾਂ, ਕਿਉਂਕਿ ਜੀਵਨ ਸਾਥੀ ਬੜੀ ਵੱਡੀ ਚੀਜ਼ ਹੁੰਦਾ ਹੈ। ਇੱਕ ਵੀਰ ਜੀ ਹੁਣੀ ਹੈਂਡੀਕੈਪ ਵੀ ਨੇ, ਤੋਂ ਪਰਿਵਾਰ ਵੀ ਫਿਰ ਇਹੋ ਜਿਹਾ ਜਦੋਂ ਦੁੱਖ ਬੰਦੇ ਨੂੰ ਲੱਗ ਜਾਂਦਾ ਹੈ ਤੇ ਸੰਗਤ ਜੀ ਸਮਝ ਹੀ ਸਕਦੇ ਜੇ ਕਿ ਇੱਕ ਔਰਤ ਲਈ ਆਪਣੇ ਘਰ ਨੂੰ ਚਲਾਉਣਾ ਕਿੰਨਾ ਔਖਾ ਹੋ ਜਾਂਦਾ ਹੈ। ਸੋ ਫਿਰ ਵੀ ਉਹਨਾਂ ਦਿੱਕਤਾਂ ਦੀ ਪਰਵਾਹ ਨਾ ਕਰਦੇ ਹੋਏ ਮੋਢੇ ਨਾਲ ਮੋਢਾ ਜੋੜ ਕੇ ਭੈਣ ਜੀ ਹੁਣੀ ਇਹਨਾਂ ਦਾ ਸਾਥ ਦੇ ਰਹੇ ਨੇ। ਸੋ ਆਓ ਆਪ ਸਭ ਸੰਗਤਾਂ ਦੀ ਭੈਣ ਜੀ ਉਹਨਾਂ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ। ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜਾ ਦਿੱਕਤ ਵੀ ਆ ਤੇ ਤੁਹਾਡੇ ਸੰਯੋਗ ਦੇ ਨਾਲ ਚਲੋ ਸਹੀ ਵੀ ਹੋ ਜਾਣੇ ਆ। ਮੈਂ ਤੇ ਇਹੀ ਧੰਨਵਾਦ ਕਰੂੰਗੀ ਵੀਰਾਂ ਸਾਰਿਆਂ ਦਾ ਕਿ ਬਹੁਤ ਬਹੁਤ ਧੰਨਵਾਦ ਵੀਰ ਜੀ। ਲੰਮੇ ਸਮੇਂ ਤੋਂ ਵੀਰ ਜੀ ਹੁਣੀ ਦਿੱਕਤ ਦੇ ਵਿੱਚ ਸਨ ਤੇ ਆਪਣੀ ਆਮਦਨ ਦੀ ਵੀ ਜੇ ਗੱਲ ਕੀਤੀ ਆ ਭਾਜੀ ਉਹਨਾਂ ਨੇ ਪਹਿਲੀ ਵੀਡੀਓ ਦੇ ਵਿੱਚ, ਕਿਉਂਕਿ ਇੱਕੋ ਹੀ ਘਰ ਦਾ ਗੁਜ਼ਾਰਾ ਕਰਨ ਲਈ ਵੀਰ ਜੀ ਹੁਣੀ ਟੇਲਰ ਦਾ ਕੰਮ ਕਰਦੇ ਨੇ, ਉਹ ਵੀ ਕਮਿਸ਼ਨ ਤੇ ਜਿਹੜਾ ਹੁੰਦਾ ਹੈ ਕਿ ਆਪ ਜਾ ਕੇ ਲਿਆਉਣਾ ਪੈਂਦਾ, ਅੱਧੇ ਚੋਂ ਅੱਧੇ ਪੈਸੇ ਉਹ ਦਿੰਦੇ ਨੇ, 5-7 ਹਜ਼ਾਰ ਰੁਪਈਆ ਮਸਾ ਦਿੰਦੇ ਨੇ। ਸੋ ਇਸ ਕਰਕੇ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਜੇ ਕਿ ਜਿੱਥੇ ਇੰਨੀ ਕਮਾਈ ਦੇ ਵਿੱਚ ਐਡੇ ਵੱਡੇ ਇਲਾਜ ਕਿਵੇਂ ਹੋ ਸਕਦੇ ਨੇ, ਇੰਨੀ ਕਮਾਈ ਦੇ ਵਿੱਚ ਇੰਨਾ ਵੱਡਾ ਇਲਾਜ ਕਿਵੇਂ ਹੋ ਸਕਦਾ ਹੈ। ਸੋ ਸੰਗਤ ਜੀ ਇਸ ਕਰਕੇ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਧੰਨਵਾਦ ਕਰਦੀ ਹੈ, ਜੋ ਆਪ ਜੀ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੇ ਜੋ, ਤੇ ਗੁਰੂ ਨਾਨਕ ਦੇ ਦਰ ਘਰ ਦੀ ਜਿਹੜੀ ਹੈ ਉਹ ਵਡਿਆਈ ਉਹਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਜੋ। ਕਿਉਂਕਿ ਮਹਾਰਾਜ ਦੀ ਬਾਣੀ ਦਾ ਬਚਨ ਅਸੀਂ ਪੜ੍ਹਦੇ ਹਾਂ, ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਵੀ ਉਹੀ ਸੇਵਾ ਕੀਤੀ ਜਿਹੜੀ ਬੰਦੇ ਦੀ ਸਫਲ ਹੁੰਦੀ ਹੈ, ਜਿੱਥੇ ਗੁਰੂ ਸਾਹਿਬ
ਆਪ ਖੁਸ਼ ਹੁੰਦੇ ਨੇ ਉਸ ਸੇਵਾ ਤੋਂ। ਸੋ ਇਸ ਕਰਕੇ ਇਹ ਜਿਹੜੀ ਸੇਵਾ ਹੈ ਮਨੁੱਖਤਾ ਦੀ ਸੇਵਾ, ਇਹ ਸਭ ਤੋਂ ਉੱਤਮ ਹੈ। ਤੇ ਆਪ ਸਭ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਨੂੰ ਗੁਰੂ ਘਰ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਈ ਬੈਠੇ ਜੋ, ਤਾਂ ਹੀ ਹਰ ਲੋੜਵੰਦ ਪਰਿਵਾਰ ਦੀ ਮਦਦ ਕਰਦੇ ਜੋ। ਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਵੀ ਆ ਕਿ ਸੰਗਤ ਜੀ, ਜਦੋਂ ਵੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਆਪ ਜੀ ਤੱਕ ਜਿਹੜੀ ਹੈ ਕਿਸੇ ਵੀ ਪਰਿਵਾਰ ਦੀ ਸਾਂਝ ਪਾਉਂਦੀ ਹੈ, ਤੇ ਆਪ ਸਭ ਸੰਗਤਾਂ ਉਸੇ ਵੇਲੇ ਹੀ ਸੰਗਤ ਏਡ ਦੀ ਪੂਰੀ ਟੀਮ ਨਾਲ ਮੋਢਾ ਜੋੜ ਕੇ ਆਪ ਜੀ ਖੜ ਜਾਂਦੇ ਜੀ। ਤੇ ਅੱਜ ਵੀਰ ਜੀ ਉਹਨਾਂ ਦਾ ਜਿਹੜਾ ਵਾ ਸੰਗਤ ਜੀ ਉਹ ਇਲਾਜ ਸ਼ੁਰੂ ਹੋ ਗਿਆ ਹੈ। ਸੋ ਸੰਗਤ ਜੀ, ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਧੰਨਵਾਦ ਕਰਦੀ ਹੈ, ਜੋ ਆਪ ਜੀ ਨੇ ਇੰਨੀ ਕਿਰਪਾ ਕੀਤੀ ਹੈ ਕਿ ਹਰ ਲੋੜਵੰਦ ਪਰਿਵਾਰ ਦੀ ਮਦਦ ਲਈ ਆਪ ਜੀ ਅੱਗੇ ਆ ਜਾਂਦੇ ਜੋ। ਤੇ ਅਗਾਂਹ ਵੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਜਿਹੜੀ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਸਿਨੇਮਰ ਬੇਨਤੀ ਕਰਦੀ ਹੈ, ਸੰਗਤ ਜੀ, ਜਿੱਥੇ ਹੁਣ ਤੱਕ ਆਪ ਜੀ ਨੇ ਕਿੰਨੇ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ, ਕਈ ਐਵੇਂ ਦੇ ਪਰਿਵਾਰ ਨੇ ਜਿਨ੍ਹਾਂ ਦੀ ਆਪ ਸਭ ਸੰਗਤਾਂ ਵੱਲੋਂ ਜਿਹੜੀ ਹੈ ਉਹ ਦਵਾਈ ਵੀ ਚੱਲ ਰਹੀ ਹੈ। ਤੇ ਸੰਗਤ ਜੀ, ਇਹੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਦਾਂ ਹੁਣ ਤੱਕ ਆਪ ਸਭ ਸੰਗਤਾਂ ਨੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਦਾ ਸਾਥ ਦਿੱਤਾ, ਤੇ ਅਗਾਂਹ ਵੀ ਆਪ ਸਭ ਸੰਗਤਾਂ ਦਾ ਸਾਥ ਚਾਹੀਦਾ ਹੈ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਪਿੰਡ ਕੋਟ ਧਰਮਚੰਦ ਤੱਕ ਪਹੁੰਚ ਕਰਕੇ ਤੇ ਵੀਰ ਬਲਜਿੰਦਰ ਸਿੰਘ ਹੁਣਾਂ ਨੂੰ ਜਿਹੜਾ ਸੀ ਕਿ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਜਿਹੜਾ ਸੀ ਉਹ ਦਾਖਲ ਕਰਵਾਇਆ ਗਿਆ ਸੀ, ਤੇ ਆਪਰੇਟ ਹੋ ਗਿਆ ਸੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ। ਤੇ ਅੱਜ 8ਵਾਂ ਦਿਨ ਹੈ। 8ਵੇਂ ਦਿਨ ਵੀਰ ਬਲਜੀਤ ਸਿੰਘ ਹੋਣਾ ਨੂੰ ਜਿਹੜੀ ਇਹ ਛੁੱਟੀ ਡਿਕਲੇਅਰ ਕਰ ਦਿੱਤੀ, ਤੇ ਅੱਜ ਆਪਰੇਟ ਤੋਂ ਬਾਅਦ ਆਪਣੇ ਘਰ ਜਾ ਰਹੇ ਨੇ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਜੋ ਕਾਰਜ ਸੀ ਅੱਜ ਨਿਰੰਤਰ ਸੰਪੂਰਨ ਤੌਰ ਤੇ ਨੇਪਰੇ ਚੜ ਗਿਆ ਹੈ। ਵੀਰ ਬਲਜੀਤ ਸਿੰਘ ਹੋਣੀ ਦਾ ਇਲਾਜ ਹੋਣ ਤੋਂ ਬਾਅਦ ਉਹ ਅੱਜ ਆਪਣੇ ਘਰ ਜਾ ਰਹੇ ਨੇ। ਸੋ ਸੰਗਤ ਜੀ, ਆਪ ਸਭ ਸੰਗਤਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਜਿਹੜਾ ਸੀ ਪਰਿਵਾਰ ਦੇ ਹਾਲਾਤ ਤੇ ਪਰਿਵਾਰ ਦੀ ਦਿੱਕਤ ਜਿਹੜੀ ਸੀ ਉਹ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝੀ ਕੀਤੀ ਸੀ ਕਿ ਵੀਰ ਜੀ ਨੂੰ ਕਾਫੀ ਲੰਬੇ ਸਮੇਂ ਤੋਂ ਜਿਹੜੀ ਸੀ ਕਿ ਇਹ ਪ੍ਰੋਬਲਮ ਸੀ, ਤੇ ਜਿਹੜੀ ਪੱਥਰੀ ਸੀ, ਸਟੋਨ ਸੀ, ਉਹ 25 mm ਦੀ ਸੀ। ਜਿਸ ਵਕਤ ਇਹਨਾਂ ਨੇ ਅਲਟਰਾਸਾਊਂਡ ਕਰਵਾਇਆ ਸੀ, ਪਰ ਜਦੋਂ ਰੀਸੈਂਟਲੀ ਡਾਕਟਰ ਅਮਰਜੋਤ ਹੁਣਾਂ ਨੇ ਇੱਥੇ ਆਉਣ ਤੋਂ ਬਾਅਦ ਇੱਕ ਅਲਟਰਾਸਾਊਂਡ ਕਰਵਾਉਣ ਲਈ ਕਿਹਾ, ਤਾਂ ਵੀਰ ਬਲਜੀਤ ਸਿੰਘ ਹੁਣਾਂ ਦੇ ਜਿਹੜਾ ਸੀ 25 mm ਦੀ ਜਿਹੜੀ ਸਟੋਨ ਸੀ ਉਹ 35 mm ਦੀ ਹੋ ਗਈ ਸੀ। ਸੋ ਸੰਗਤ ਜੀ, ਆਪ ਸਭ ਸੰਗਤਾਂ ਸਮਝ ਹੀ ਸਕਦੇ ਨੇ ਕਿ ਵੀਰ ਹੈਂਡੀਕੈਪ ਵੀ ਹੈ, ਤੇ ਜਿਹਦੇ ਕਰਕੇ ਕਮਿਸ਼ਨ ਤੇ ਜਿਹੜਾ ਸੀ ਉਹ ਟੇਲਰ ਦਾ ਕੰਮ ਕਰਦੇ ਸਨ, ਬੈਨ ਦਾ ਕੰਮ ਸੀ। ਸੋ ਕਾਫੀ ਕਈ ਵਾਰੀ ਦਿੱਕਤ ਹੁੰਦੀ ਸੀ ਕੰਮਕਾਰ ਦੇ ਵਿੱਚ। ਸੋ ਇਸੇ ਹੀ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਵੀਰ ਬਲਜੀਤ ਸਿੰਘ ਹੁਣਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਲਿਆ ਕੇ ਤੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾ ਦਿੱਤਾ ਗਿਆ ਸੀ। ਤੇ ਆਓ ਸੰਗਤ ਜੀ, ਆਪ ਸਭ ਸੰਗਤਾਂ ਦੀ ਸਾਂਝ ਵੀਰ ਬਲਜੀਤ ਸਿੰਘ ਹੁਣਾਂ ਦੇ ਨਾਲ ਪਾਉਂਦੇ, ਕਿਉਂਕਿ ਇਹ ਜਿਹੜਾ ਕਾਰਜ ਆਪਣੇ ਤੌਰ ਤੇ ਮੈਂ ਪਹਿਲੀ ਵੀਡੀਓ ਦੇ ਵਿੱਚ ਸੰਗਤ ਜੀ ਜਦੋਂ ਗੱਲ ਕਰ ਰਿਹਾ ਸਾਂ ਕਿ ਜਦੋਂ ਐਵੇਂ ਦੀ ਦੁੱਖ ਦੀ ਘੜੀ ਆਉਂਦੀ ਹੈ ਤੇ ਬੰਦਾ ਕਰਜ਼ਾ ਲੈਣ ਤੋਂ ਵੀ ਪਿੱਛੇ ਨਹੀਂ ਹਟਦਾ, ਕਿਉਂਕਿ ਅਕਸਰ ਹੀ ਅਸੀਂ ਜਦੋਂ ਘਰ ਦੇ ਵਿੱਚ ਕੋਈ ਸ਼ਾਦੀ ਦਾ ਮਾਹੌਲ ਜਾਂ ਹੋਰ ਕੋਈ ਅਸੀਂ ਚੀਜ਼ ਲੈਣੀ ਹੁੰਦੀ ਕਰਜ਼ ਚੁੱਕ ਲਈਦੇ ਆ। ਪਰ ਮੇਨ ਜਿਹੜਾ ਵਾ ਬੰਦੇ ਦੀ ਜ਼ਿੰਦਗੀ 'ਚ ਜੇ ਕਰਜ਼ਾ ਚੁੱਕਣਾ ਪਵੇ ਤਾਂ ਉਹ ਆਪਣੀ ਸਿਹਤ ਲਈ ਚੁੱਕਦਾ ਹੈ। ਸੋ ਵੀਰ ਜੀ ਉਹਨਾਂ ਨੇ ਜਿਵੇਂ ਕਿਹਾ ਸੀ ਪਿਛਲੀ ਵੀਡੀਓ ਦੇ ਵਿੱਚ ਘਰਵਾਲੀ ਦੇ ਵਿੱਚ ਕਿ ਮੈਂ ਕਰਜ਼ਾ ਲਿਆ ਸੀ, ਪਰ ਉਹ ਇੱਦਾਂ ਹੀ ਕੁਝ ਘਰ ਦੇ ਖਰਚਿਆਂ ਦੇ ਵਿੱਚ ਹੀ ਨਿਬੜ ਗਿਆ। ਸੋ ਇਸ ਕਰਕੇ ਜਿਹੜਾ ਇਲਾਜ ਦਾ ਖਰਚਾ ਦੱਸਿਆ ਸੀ ਉਹ ਕਾਫੀ ਐਕਸਪੈਂਸਿਵ ਸੀ, 30 ਤੋਂ 35,000 40 ਦੇ ਲਗਭਗ ਇਹਨਾਂ ਨੂੰ ਦੱਸਿਆ ਸੀ। ਸੋ ਇਸੇ ਹੀ ਕਰਕੇ ਫਿਰ ਜਿਹੜੇ ਦੂਸਰੇ ਕੀ ਨਾਲੇ ਦਾ ਵਾ ਕਾਰਜਾਂ ਨੂੰ ਜਿਹੜੀ ਇਹਨਾਂ ਨੇ ਤਰਜੀਹ ਦੇ ਕੇ ਤੇ ਜਿਹੜਾ ਮੈਡੀਕਲ ਸਹੂਲਤ ਸੀ ਉਹਨੂੰ ਕਹਿ ਦਿੱਤਾ ਕਿ ਕੋਈ ਨਹੀਂ, ਕਿਤੇ ਫਿਰ ਸਮਾਂ ਬਣੇਗਾ ਤੇ ਇਹ ਆਪਣਾ ਇਲਾਜ ਕਰਵਾ ਲਾਂਗੇ। ਪਰ ਕਾਫੀ ਦਿੱਕਤ ਸੀ ਵੀਰ ਜੀ ਉਹਨਾਂ ਨੂੰ। ਵੀਰ ਜੀ ਹੁਣ ਸੰਗਤਾਂ ਵੱਲੋਂ ਤੁਹਾਡਾ ਇਲਾਜ ਕਰਵਾ ਦਿੱਤਾ ਗਿਆ ਹੈ ਤੇ ਅੱਜ ਤੁਸੀਂ ਘਰੇ ਜਾ ਰਹੇ। ਮੈਂ ਚਾਹੁੰਦਾ ਜ਼ਰੂਰ ਤੁਸੀਂ ਵੀ ਸੰਗਤ ਦੇ ਨਾਲ ਕੁਝ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਂਝੀ ਕਰੋ। ਉਹਦਾ ਡਾਕਟਰ ਨੇ 5-6 ਦਿਨ ਦੀ ਦਵਾਈ ਅਜੇ ਦਿੱਤੀ ਹੋਈ ਆ। ਹਾਂਜੀ, ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਫਿਰ ਇੱਕ ਨਾ ਆਪਣਾ ਟੈਸਟ ਕਰਾਓ, ਟੈਸਟਾਂ ਤੋਂ ਬਾਅਦ ਫਿਰ ਆਪਰੇਟ ਹੋਏਗਾ ਤੁਹਾਡਾ। ਹਾਂਜੀ, ਜਿਵੇਂ ਹੁਣ ਪਹਿਲਾਂ ਜਿਵੇਂ ਦਿੱਕਤ ਦਾਖਲ ਹੋਣ ਤੋਂ ਪਹਿਲਾਂ ਸੀ, ਉਹ ਦਿੱਕਤ ਤੋਂ ਆਰਾਮ ਮਿਲਿਆ ਕਿ ਨਹੀਂ ਮਿਲਿਆ ਅੱਗੇ ਨਾਲੋਂ ਜਿਹੜੀ ਪਹਿਲਾਂ ਦਿੱਕਤ ਆਉਂਦੀ ਸੀ? ਕੁਛ ਫਰਕ ਆ। ਜਿਹੜੀ ਪੱਥਰੀ ਜਿਹੜੀ ਵੱਡੀ ਕਹਿ ਰਿਹਾ ਉਹ ਕਹਿੰਦੇ ਵੀ ਤੁਸੀਂ ਜਲਦੀ ਕਢਾਉਣੀ ਪੈਣੀ ਤੁਹਾਨੂੰ, ਮਤਲਬ ਥੋੜ੍ਹੇ ਸਮੇਂ ਦੇ ਵਿੱਚ। ਤੇ ਉਹ ਵੀ ਮੇਰੀ ਇਹੋ ਬੇਨਤੀ ਆ ਵੀ ਮੇਰੀ ਸੰਗਤ ਨੇ ਸਾਥ ਦੇ ਕੇ ਮੇਰੀ ਵੀ ਪੱਥਰੀ ਕਢਵਾਈ ਜਾਵੇ। ਸੋ ਸੰਗਤ ਜੀ, ਵੀਰ ਜੀ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਇਹ ਆਪਣੇ
ਦਿਲ ਦੀ ਸਾਂਝ ਪਵਾਈ, ਜਿੱਥੇ ਆਪ ਸਭ ਸੰਗਤਾਂ ਦਾ ਧੰਨਵਾਦ ਕਰਦੇ ਆ। ਦੂਸਰੀ ਓਪਰੇਟ ਦੀ ਵੀ ਗੱਲ ਕਰਦੇ ਨੇ ਕਿ ਉਹ ਵੀ ਕਰਵਾਉਣਾ। ਜਿਵੇਂ ਪਹਿਲਾਂ ਓਪਰੇਟ ਨਹੀਂ ਸੀ ਹੋਇਆ, ਤੇ ਕੰਮਕਾਰ ਦੇ ਵਿੱਚ ਕਿੰਨੀ ਕੁ ਦਿੱਕਤ, ਕਿਉਂਕਿ ਜਦੋਂ ਇਹ ਦਰਦ ਹੁੰਦੇ ਕਹਿੰਦੇ ਬਹੁਤ ਜ਼ਿਆਦਾ ਹੁੰਦੀ ਆ, ਫਿਰ ਮਤਲਬ ਉਹ ਮੈਡੀਸਨ ਖਾ ਕੇ ਫਿਰ ਕੰਮ ਕਰਦੇ ਹੁੰਦੇ ਸੀ। ਹਾਂਜੀ, ਮੈਡੀਸਨ ਮੈਂ ਉਹ ਦਰਦ ਵਾਲੀ ਗੋਲੀ ਖਾਂਦਾ ਰਿਹਾ, ਉਹਦੇ ਨਾਲ ਹੀ ਘੰਟਾ 2 ਘੰਟੇ ਕੰਮ ਕਰਦਾ ਹੈ। ਉਸ ਤੋਂ ਬਾਅਦ ਫਿਰ ਲੰਮੇ ਪੈ ਕੇ ਫਿਰ ਗੋਲੀ ਖਾ ਕੇ ਫਿਰ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਮੇਰਾ। ਸਾਲ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਸੰਗਤ ਦੇ ਸੰਯੋਗ ਨਾਲ ਚਲੋ ਮੈਂ ਇੱਥੇ ਦਾਖਲ ਹੋਇਆ ਵਾਂ, ਅਤੇ ਹੁਣ ਮੇਰਾ ਇੱਕ ਆਪਰੇਟ ਹੋ ਗਿਆ ਵਾ। ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ 5-7 ਦਿਨ ਬਾਅਦ ਫਿਰ ਤੁਹਾਡਾ ਆਪਰੇਟ ਹੋਏਗਾ ਟੈਸਟਾਂ ਤੋਂ ਬਾਅਦ। ਅਤੇ ਮੇਰੀ ਇਹੋ ਬੇਨਤੀ ਆ ਵੀ ਮੇਰਾ ਇਲਾਜ ਮਤਲਬ ਵਧੀਆ ਕਰਾਇਆ ਜਾਵੇ ਹੁਣ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਵੀਰ ਬਲਜੀਤ ਸਿੰਘ ਹੁਣੀ ਇਹੀ ਬੇਨਤੀ ਕਰਦੇ ਨੇ ਕਿ ਓਪਰੇਟ ਜਿਹੜਾ ਵਾ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਜਿਹੜਾ ਵਾ ਉਹ ਨੇਪਰੇ ਚੜ੍ਹ ਗਿਆ, ਪਰ ਦੂਸਰਾ ਓਪਰੇਟ ਜਿਹੜਾ ਵਾ ਉਹ ਵੀ ਹੱਲੇ ਹੋਣਾ ਹੈ। ਪਰ ਡਾਕਟਰ ਸਾਹਿਬ ਉਹਨਾਂ ਨੇ ਉਹਦੇ ਵਿੱਚ ਥੋੜ੍ਹਾ ਜਿਹਾ ਟਾਈਮ ਪੀਰੀਅਡ ਪਾਇਆ ਹੈ, 8 ਤੋਂ 10 ਦਿਨ। ਉਹਦੇ ਤੋਂ ਬਾਅਦ ਹੀ ਦੂਸਰੇ ਓਪਰੇਟ ਦੀ ਇਹਨਾਂ ਦੀ ਸਲਾਹ ਬਣੇਗੀ। ਉਹ ਵੀ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਦੂਸਰਾ ਓਪਰੇਟ ਵੀ ਹੋਣਾ ਹੈ। ਸੋ ਇਸ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੀ ਹੈ ਕਿ ਜਿੱਥੇ ਹੁਣ ਤੱਕ ਆਪ ਜੀ ਨੇ ਵੀਰ ਬਲਜੀਤ ਸਿੰਘ ਜੀ ਹੁਣਾਂ ਦਾ ਇੰਨਾ ਸਾਥ ਦਿੱਤਾ ਹੈ, ਤੇ ਅਗਲੇ ਓਪਰੇਟ ਦਾ ਵੀ ਜ਼ਰੂਰ ਸੰਗਤ ਜੀ ਆਪ ਜੀ ਨੇ ਇੱਦਾਂ ਹੀ ਇਹਨਾਂ ਦਾ ਸਾਥ ਦੇਣਾ। ਇੱਥੇ ਸਾਡੇ ਕੋਲ ਵੀਰ ਬਲਜੀਤ ਸਿੰਘ ਹੁਣਾਂ ਦੀ ਸਿੰਘਣੀ ਵੀ ਮੌਜੂਦ ਹੈ। ਆਓ ਆਪ ਸਭ ਸੰਗਤਾਂ ਦੀ ਉਹਨਾਂ ਦੇ ਨਾਲ ਵੀ ਸਾਂਝ ਪਾਉਂਦੇ ਹਾਂ, ਕਿਉਂਕਿ ਅੱਜ 8ਵਾਂ ਦਿਨ ਹੋ ਗਿਆ ਹੈ ਵੀਰ ਬਲਜੀਤ ਸਿੰਘ ਹੁਣਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ, ਤੇ ਇਹਨਾਂ ਦੀ ਸਿੰਘਣੀ ਵੀ ਉਸ ਦਿਨ ਤੋਂ ਹੀ ਇੱਥੇ ਹੀ ਨੇ। ਤੇ ਆਓ ਸੰਗਤ ਜੀ ਆਪ ਸਭ ਸੰਗਤਾਂ ਦੀ ਭੈਣ ਜੀ ਹੁਣਾਂ ਦੇ ਨਾਲ ਵੀ ਸਾਂਝ ਪਾਉਂਦੇ। ਭੈਣੇ, ਲੰਮੇ ਸਮੇਂ ਤੋਂ ਤੁਸੀਂ ਵੀਰ ਜੀ ਹੁਣਾਂ ਨੂੰ ਕਾਫੀ ਦਿੱਕਤ ਦੇ ਵਿੱਚ ਦੇਖਿਆ, ਅੱਗੇ ਨਾਲੋਂ ਹੁਣ ਕਿੰਨਾ ਕੁ ਫਰਕ ਲੱਗਦਾ ਹੈ? ਵਧੀਆ ਲੱਗਦਾ ਵੀਰ ਜੀ, ਥੋੜਾ ਫਰਕ ਵੀ ਹੈ ਚਲੋ। ਤੇ ਬਾਕੀ ਦਰਦ ਤਾਂ ਹਜੇ ਹੈ ਹੀ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਡਾ ਉਹਨਾਂ ਇਲਾਜ ਕਰਵਾਇਆ। ਤਾਂ ਅੱਗੇ ਵਾਸਤੇ ਥੋੜਾ ਹੋਰ ਵੀ ਸਾਡੇ ਨਾਲ ਮਦਦ ਕੀਤੀ ਜਾਵੇ ਤੇ ਸਾਡਾ ਦੂਸਰਾ ਇਲਾਜ ਵੀ ਕਰਾਇਆ ਜਾਵੇ। ਠੀਕ ਹੈ। ਸੋ ਭੈਣੇ, ਹੁਣ ਤੁਸੀਂ 8 ਦਿਨ ਹੋ ਗਏ ਇੱਥੇ ਸੀ, ਪਿੱਛੇ ਤੁਹਾਡੇ ਬੱਚੇ ਵੀ, ਫਿਰ ਉਹਨਾਂ ਨਾਲ ਗੱਲਬਾਤ ਫੋਨ ਤੇ ਹੋਈ? ਉਹਨਾਂ ਨੂੰ ਕਹਿੰਦੇ ਸੀ ਹੁਣੇ ਤੇ ਆ ਵੀ ਕਦੋਂ ਆਉਣਾ ਵਾ ਘਰੇ? ਹਾਂਜੀ ਵੀਰ ਜੀ, ਉੱਥੇ ਕਹਿੰਦੇ ਹੁਣ ਵੀ ਕਹਿੰਦੇ ਕਦੋਂ ਆਉਣਾ, ਕਿਆ ਹੁੰਦੇ ਪਏ ਆ। ਸੋ ਸੰਗਤ ਜੀ, ਤੁਸੀਂ ਸਮਝ ਹੀ ਸਕਦੇ, ਬੱਚੇ ਵੀ ਨੇ ਘਰੇ ਇਹਨਾਂ ਦੇ, ਤੇ ਭਾਜੀ ਉਹਨਾਂ ਦੇ ਨਾਲ ਹੀ ਫਿਰ ਤੁਹਾਨੂੰ ਪਤਾ ਇਹ ਜੀਵਨ ਸਾਥੀ ਨਾਲ ਹੋਣਾ ਬੜੀ ਜ਼ਰੂਰੀ ਹੈ। ਜਦੋਂ ਇੱਦਾਂ ਦੀ ਘੜੀ ਹੁੰਦੀ ਹੈ, ਬੰਦੇ ਦੇ ਕੋਲ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ। ਸੋ ਇਸੇ ਕਰਕੇ ਇਹਨਾਂ ਦੀ ਸਿੰਘਣੀ ਜਿਸ ਦਿਨ ਤੋਂ ਹੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਵੀਰ ਬਲਜੀਤ ਸਿੰਘ ਹੋਣਾ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਜਿਹੜਾ ਵਾ ਐਡਮਿਟ ਕਰਵਾਇਆ ਗਿਆ ਸੀ, ਦੀਦੀ ਇੱਥੇ ਇਹਨਾਂ ਦੇ ਕੋਲ ਹੀ ਸਨ, ਇਹਨਾਂ ਦੀ ਦੇਖਭਾਲ ਕਰ ਰਹੇ ਸਨ। ਸੋ ਸੰਗਤ ਜੀ, ਇਹ ਵੀ ਆਪ ਸਭ ਸੰਗਤਾਂ ਦਾ ਜਿੱਥੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਨੇ, ਕਿਉਂਕਿ ਲੰਮੇ ਸਮੇਂ ਤੋਂ ਭੈਣ ਜੀ ਹੋਣੀ ਸੀ ਜਿਹੜੇ ਇਹਨਾਂ ਨੂੰ, ਭਾਜੀ ਉਹਨਾਂ ਨੂੰ ਦਿੱਕਤ ਦੇ ਵਿੱਚ ਦੇਖ ਰਹੇ ਸੀ। ਸੋ ਆਪ ਸਭ ਸੰਗਤਾਂ ਸਮਝ ਹੀ ਸਕਦੀਆਂ ਨੇ ਕਿ ਇੱਕ ਘਰ ਦਾ ਸਿਸਟਮ ਇਵੇਂ ਦਾ ਸੀ ਕਿ ਭਾਜੀ ਹੁਣੀ ਕਮਾਉਣ ਵਾਲੇ ਇਕੱਲੇ ਹੀ ਸਨ। ਫਿਰ ਦੂਸਰਾ ਜਿਹੜੀ ਆਮਦਨ ਵੀ ਸੀ, ਪਹਿਲੀ ਵੀਡੀਓ ਦੇ ਵਿੱਚ ਦੱਸਿਆ ਕਿ 5 ਤੋਂ 7 ਹਜ਼ਾਰ ਦੇ ਵਿੱਚ ਹੀ ਸੰਗਤ ਜੀ ਜਿਹੜੀ ਆਮਦਨ ਸੀ। ਸਮਝ ਹੀ ਸਕਦੇ ਕਿ ਇੰਨੀ ਮਹਿੰਗਾਈ ਦੇ ਵਿੱਚ ਜਿੱਥੇ ਇੰਨੀ ਆਮਦਨ ਹੋਵੇ, ਉਹ ਕਿਵੇਂ ਦਾ ਟਾਈਮ ਪਾਸ ਪਰਿਵਾਰ ਕਰਦਾ ਹੋਵੇਗਾ। ਸੋ ਇਸੇ ਹੀ ਕਰਕੇ ਲੰਮੇ ਸਮੇਂ ਤੋਂ ਜਿਹੜੇ ਸੀ ਇਹ ਇਲਾਜ ਤੋਂ ਗੁਜ਼ਰੇ ਸਨ, ਪਰ ਆਪ ਸਭ ਸੰਗਤਾਂ ਨੇ ਸਹਿਯੋਗ ਕਰਕੇ ਵੀਰ ਬਲਜੀਤ ਸਿੰਘ ਹੁਣਾਂ ਦਾ ਇੱਕ ਓਪਰੇਟ ਜਿਹੜਾ ਵਾ ਉਹ ਸਫਲਤਾਪੂਰਵਕ ਜਿਹੜਾ ਹੋ ਗਿਆ ਹੈ। ਪਰ ਦੂਸਰੇ ਓਪਰੇਟ ਦੀ ਜਿਹੜੀ ਗੱਲ ਹੈ ਸੰਗਤ ਜੀ, ਉਹ ਹਾਲੇ ਹੋਣਾ ਹੈ। ਖਰਚਾ ਬੜਾ ਵੱਡਾ ਹੈ, ਜਿੱਥੇ ਆਪ ਸਭ ਸੰਗਤ ਨੇ ਹੁਣ ਇੱਥੋਂ ਤੱਕ ਇੰਨਾ ਸਾਥ ਦਿੱਤਾ। ਵੀਰ ਜੀ ਦਾ ਓਪਰੇਟ ਹੋ ਗਿਆ, ਫਿਰ ਦਵਾਈ ਵੀ ਸੰਗਤ ਜੀ ਜਿਹੜੀ ਆ ਵੀਰ ਜੀ ਹੁਣਾਂ ਦੀ ਚੱਲਣੀ ਆ। ਉਹਦੇ ਤੋਂ ਬਾਅਦ ਦੂਸਰਾ ਓਪਰੇਟ ਵੀ ਹੋਣਾ, ਜਿਹੜੀ ਕਿ 35 mm ਦੀ ਜਿਹੜੀ ਸਟੋਨ ਹੋ ਗਈ ਹੈ, ਉਹਦਾ ਹਾਲੇ ਓਪਰੇਟ ਹੋਣਾ ਹੈ। ਕਿਉਂਕਿ ਮੈਂ ਪਹਿਲੀ ਵੀਡੀਓ ਦੇ ਵਿੱਚ ਆਪ ਸਭ ਸੰਗਤਾਂ ਨਾਲ ਸਾਂਝੀ ਕੀਤੀ ਸੀ ਗੱਲ ਕਿ ਜਿਹੜੀ ਹੁਣ ਸਟੋਨ ਕੱਢੀ ਹੋਈ ਉਹ ਬਾਥਰੂਮ ਵਾਲੀ ਪਾਈਪ ਦੇ ਅੱਗੇ ਅੜੀ ਹੋਈ ਸੀ, ਜਿਹਦੇ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਐਮਰਜੈਂਸੀ ਜਿਹੜਾ ਵਾ ਕੇਸ ਇਹ ਪਹਿਲਾਂ ਇਹਦਾ ਓਪਰੇਟ ਕਰਨਾ ਪੈਣਾ। ਸੋ ਉਹ ਪੱਥਰੀ ਕੱਢੀ ਗਈ ਸੀ, ਪਰ ਜਿਹੜੀ ਮੇਜਰ ਪ੍ਰੋਬਲਮ ਸੀ, ਜਿਹੜੀ ਪੱਥਰੀ ਦੀ ਜ਼ਿਆਦਾ ਦਿੱਕਤ ਆ ਰਹੀ ਸੀ, 35 mm ਦੀ ਜਿਹੜੀ ਹੋ ਗਈ ਹੈ, ਉਹਦਾ ਓਪਰੇਟ ਹਾਲੇ ਸਟੋਨ ਦਾ ਹੋਣਾ ਹੈ। ਸੋ ਸੰਗਤ ਜੀ, ਇਸ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹੀ ਬੇਨਤੀ ਕਰਦੀ ਹੈ ਕਿ ਜਿੱਥੇ ਸੰਗਤ ਜੀ ਹੁਣ ਤੱਕ ਆਪ ਸਭ ਸੰਗਤਾਂ ਨੇ ਇੰਨਾ ਸਾਥ ਦਿੱਤਾ ਹੈ ਵੀਰ ਬਲਜੀਤ ਸਿੰਘ ਹੁਣਾਂ ਦਾ,
ਸੋ ਹੁਣ ਆਪ ਸਭ ਸੰਗਤਾਂ ਦੇ ਹੋਰ ਸਾਥ ਦੀ ਲੋੜ ਹੈ, ਕਿਉਂਕਿ ਖਰਚਾ ਜਿਹੜਾ ਅਗਲੇ ਉਪਰੇਟ ਦਾ ਉਹ ਵੀ ਸੰਗਤ ਜੀ ਹਾਲੇ ਬਹੁਤ ਵੱਡਾ ਹੈ। ਸੋ ਇਸ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਸੰਗਤ ਜੀ ਜਿੱਥੇ ਹੁਣ ਤੱਕ ਆਪ ਜੀ ਨੇ ਸਾਥ ਦਿੱਤਾ, ਅਗਲੇ ਉਪਰੇਟ ਲਈ ਵੀ ਆਪ ਸਭ ਸੰਗਤਾਂ ਹੀ ਇੱਦਾਂ ਮੋਢੇ ਨਾਲ ਮੋਢਾ ਜੋੜ ਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੇ ਨਾਲ ਰਹੋ, ਤਾਂ ਜੋ ਅਸੀਂ ਵੀਰ ਬਲਜੀਤ ਸਿੰਘ ਦਾ ਦੂਸਰਾ ਆਪਰੇਟ ਕਰਵਾ ਕੇ ਵੀ ਇਹਨਾਂ ਨੂੰ ਤੰਦਰੁਸਤ ਇਹਨਾਂ ਦੇ ਘਰ ਇਹਨਾਂ ਦੇ ਬੱਚਿਆਂ ਦੇ ਵਿੱਚ ਜਾ ਸਕਣ। ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਕਿੰਨੀ ਦਿੱਕਤ ਹੈ ਇੱਕ ਵੀਰ ਹੈਂਡੀਕੈਪ ਉਤੋਂ ਆ ਸਟੋਨਾਂ ਦਾ ਦਰਦ। ਸੋ ਇਸ ਕਰਕੇ ਸੰਗਤ ਜੀ ਜੇ ਠੀਕ ਹੋ ਜਾਣਗੇ, ਆਪਣਾ ਜਿਹੜਾ ਕਿਰਤ ਹੈ ਜਿਹੜੀ ਕਰ ਰਹੇ ਨੇ 10 ਦੀ, ਉਹਨੂੰ ਹੋਰ ਵੀ ਵੱਧ ਚੜ ਕੇ ਕਰ ਸਕਦੇ, ਤਾਂ ਜੋ ਆਪਣੇ ਪਰਿਵਾਰ ਦੀ ਜਿਹੜੀ ਆ ਰਹਿੰਦੀ ਜਿਹੜੀ ਜ਼ਿੰਦਗੀ ਆ ਉਹ ਚੰਗੇ ਤਰੀਕੇ ਦੇ ਨਾਲ ਸੁੱਖ ਸਹੂਲਤਾਂ ਦੇ ਨਾਲ ਬਤੀਤ ਕਰ ਸਕਣ। ਇੱਥੇ ਹੋਰ ਵੀ ਸਾਡੇ ਕੋਲ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਨੇ, ਤੇ ਸੰਗਤ ਜੀ ਆਓ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਣੇ। ਵੀਰ ਜੀ ਕੀ ਲੱਗਦੇ ਆਪ ਜੀ? ਪਹਿਲਾਂ ਮੈਂ ਸਾਲਾ ਸਾਹਿਬ ਐਂਡ ਅੱਛਾ ਜੀ, ਇਹ ਮੇਰੇ ਜੀਜਾ ਜੀ ਨੇ। ਠੀਕ ਹੈ ਜੀ। ਮੇਰੇ ਜੀਜਾ ਜੀ ਹੈਂਡੀਕੈਪ ਨੇ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਇਹਨਾਂ ਲੋਕਾਂ ਦਾ ਜੀ, ਜਿਨ੍ਹਾਂ ਨੇ ਸਾਡੇ ਜੀਜਾ ਜੀ ਦਾ ਇਲਾਜ ਕਰਵਾ ਕੇ ਦਿੱਤਾ ਵਾ। ਸਰ ਅਸੀਂ ਇਹਨਾਂ ਦਾ ਧੰਨਵਾਦ ਕਰ ਹੀ ਨਹੀਂ ਸਕਦੇ। ਠੀਕ ਹੈ ਜੀ। ਬਾਕੀ ਇਹ ਹੈ ਕਿ ਬੜੇ ਸ਼ੁਕਰਗੁਜ਼ਾਰ ਹਾਂ ਅਸੀਂ ਇਹਨਾਂ ਦੇ ਕਿ ਸਾਡਾ ਇਹਨਾਂ ਨੇ ਇਲਾਜ ਕਰਵਾ ਦਿੱਤਾ ਹੈ, ਕਿ ਸਾਨੂੰ ਆਸ ਨਹੀਂ ਸੀ ਆਪਣੇ ਆਪ 'ਤੇ ਕਿ ਅਸੀਂ ਇਹਨਾਂ ਦਾ ਇਲਾਜ ਕਰਵਾ ਸਕਾਂਗੇ। ਠੀਕ ਹੈ ਜੀ। ਜੇਕਰ ਇਹ ਸੰਗਤਾਂ ਸਾਡਾ ਸੰਯੋਗ ਨਾ ਦਿੰਦੀਆਂ ਤਾਂ ਸਾਡੇ ਕੋਲੋਂ ਇਹ ਨਹੀਂ ਸੀ ਉਪਾਏ ਹੋਣਾ। ਬਿਲਕੁਲ। ਸੋ ਸੰਗਤ ਜੀ ਤੁਸੀਂ ਸਮਝ ਹੀ ਸਕਦੇ ਜੀ। ਵੀਰ ਜੀ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਜੇ ਧੀਆਂ ਆਪਣੇ ਘਰ ਸੁਖੀ ਹੋਣ ਤੇ ਭਰਾਵਾਂ ਦੀ ਵੀ ਜਿਹੜੀ ਹੈ ਉਮਰ ਵਧੀ ਰਹਿੰਦੀ ਹੈ, ਉਹਨਾਂ ਨੂੰ ਵੀ ਜਿਹੜੀ ਆ ਟੈਨਸ਼ਨ ਫਰੀ ਹੁੰਦੇ ਨੇ। ਪਰ ਤੁਸੀਂ ਦੇਖਿਆ ਹੋਣਾ ਲੰਮੇ ਸਮੇਂ ਤੋਂ ਕਾਫੀ ਦਿੱਕਤ ਦੇ ਵਿੱਚ ਇਹਨਾਂ ਜ਼ਿੰਦਗੀ ਜਿਹੜੀ ਬਤੀਤ ਕੀਤੀ ਹੈ, ਕਿਉਂਕਿ ਸਟੋਨ ਦੀ ਦਰਦ ਬੜੀ ਮਾੜੀ ਹੁੰਦੀ ਹੈ। ਹਾਂਜੀ ਸਰ, ਉਹ ਤਾਂ ਹੁੰਦੀ ਆ, ਨਹੀਂ ਤਾਂ ਅਸੀਂ ਵੀ ਪਿੱਛੋਂ ਮਾੜੇ ਆ ਨਾ, ਕਿਉਂਕਿ ਮੈਂ ਇਕੱਲਾ ਇਹਨਾਂ ਦਾ ਭਰਾਵਾਂ ਭੈਣਾਂ ਆਪਦੀਆਂ ਦਾ। ਠੀਕ ਹੈ ਜੀ। ਅਤੇ ਮੇਰੀ ਨਹੀਂ ਸੀ ਪਹੁੰਚ ਪੈਂਦੀ, ਮੈਂ ਖੁਦ ਦਿਹਾੜੀ ਕਰਦਾ ਵਾਂ, 200-250 ਰੁਪਇਆ ਦਿਹਾੜੀ ਕਮਾਉਂਦਾ ਵਾਂ, ਅਤੇ ਮੇਰੀ ਨਹੀਂ ਸੀ ਗੁੰਜਾਇਸ਼ ਪੈਂਦੀ ਕਿ ਮੈਂ ਆਪਣੇ ਜੀਜਾ ਜੀ ਦਾ ਇਲਾਜ ਕਰਵਾ ਸਕਾਂ। ਜੇ ਮੇਰੇ ਕੋਲ ਵੀ ਗੁੰਜਾਇਸ਼ ਹੁੰਦੀ ਤਾਂ ਮੈਂ ਜ਼ਰੂਰ ਹੀ ਆਪਣੇ ਜੀਜਾ ਜੀ ਦਾ ਉਪਾਅ ਕਰਵਾਉਂਦਾ। ਬਾਕੀ ਚਲੋ ਇਹਨਾਂ ਨੇ ਸਾਡਾ ਕੀਤਾ ਵਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਭਾਜੀ ਉਹਨਾਂ ਨੇ ਵੀ ਜਿਹੜੀ ਉਹ ਸਾਂਝ ਪਾਈ ਹੈ। ਪਰ ਬੜੀ ਵੱਡੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਆਣ ਕੇ ਭਾਜੀ ਤੁਸੀਂ ਨਾਲ ਖੜ ਗਏ, ਇੰਨਾ ਹੀ ਬਹੁਤ ਹੈ। ਕਿਉਂਕਿ ਭੈਣ ਭਰਾ ਜਦੋਂ ਇੱਦਾਂ ਔਖੀ ਘੜੀ ਦੇ ਵਿੱਚ ਆਣ ਕੇ ਖੜ ਹੀ ਜਾਵੇ, ਬੜੀ ਵੱਡੀ ਗੱਲ ਹੋ ਜਾਂਦੀ ਹੈ। ਸੋ ਸੰਗਤ ਜੀ ਭਾਜੀ ਉਹਨਾਂ ਨੇ ਵੀ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਵਾ ਉਹ ਧੰਨਵਾਦ ਕੀਤਾ ਹੈ। ਹੁੰਦਾ ਹੀ ਇਹ ਬੰਦੇ ਨੂੰ ਕਿ ਜਦੋਂ ਕੋਈ ਆਪਣਾ ਭੈਣ ਭਰਾ ਦੁਖੀ ਹੁੰਦਾ ਕਿ ਜੇ ਮੇਰੇ ਤੋਂ ਕੁਛ ਹੁੰਦਾ ਮੈਂ ਵੀ ਜ਼ਰੂਰ ਕੁਛ ਨਾ ਕੁਛ ਹੱਥੋਂ ਝਾੜਨਾ ਸੀ। ਹਾਂਜੀ। ਸਾਡੇ ਮੰਮੀ ਡੈਡੀ ਵੀ ਹੈ ਨਹੀਂ ਗੇ। ਜੇ ਸਾਡਾ ਮੰਮੀ ਡੈਡੀ ਹੁੰਦਾ ਤਾਂ ਸਾਡੇ ਨਾਲ ਕੋਈ ਸਾਥ ਦਿੰਦਾ। ਅਸੀਂ ਆਪ ਹੀ ਹਾਂ ਭੈਣ ਭਰਾ ਹੀ। ਸਾਡਾ ਮੰਮੀ ਡੈਡੀ ਹੈ ਨਹੀਂ ਗੇ, ਕੋਈ ਸਾਡਾ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ ਸਾਡੀ ਬਾਂਹ ਫੜ ਰਿਹਾ ਜੀ। ਕਿਉਂਕਿ ਜਦੋਂ ਮਾੜਾ ਸਮਾਂ ਹੁੰਦਾ ਵਾ ਕੋਈ ਨਹੀਂ ਕਿਸੇ ਦੇ ਕੋਲੇ ਲੱਗਦਾ, ਜਦੋਂ ਸਹੀ ਟਾਈਮ ਹੋਵੇ ਹਰ ਇੱਕ ਇਨਸਾਨ ਨਾਲ ਖੜਦਾ ਵਾ। ਪਰ ਹੁਣ ਸਾਡੇ ਤਾਂ ਟਾਈਮ ਮਾੜਾ ਸੀਗਾ, ਜਿਹੜਾ ਕੋਈ ਭੈਣ ਭਰਾ ਆਉਂਦਾ ਸੀਗਾ ਉਹ ਫੋਨ ਕਰਨੋਂ ਵੀ ਹਟ ਗਏ ਨੇ ਸਰ, ਕਿਉਂਕਿ ਉਹਨਾਂ ਨੂੰ ਇਹੀ ਆ ਕਿ ਸਾਡੇ ਕੋਲ ਕੁਛ ਮੰਗਣ ਦਾ। ਇਹ ਸੰਗਤਾਂ ਹੀ ਆ ਜੀ। ਵੇਖੋ ਵੀਰ ਜੀ ਕਹਿੰਦੇ ਹੁੰਦੇ ਕਿ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਫਿਰ ਇੱਕੋ ਹੀ ਰਸਤਾ ਖੋਲ੍ਹਦਾ, ਉਹ ਹੈ ਰੱਬ ਦਾ। ਅਤੇ ਰੱਬ ਅਤੇ ਸੰਗਤ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇਸੇ ਹੀ ਕਰਕੇ ਸੰਗਤਾਂ ਵੱਲੋਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਪਿੰਡ ਕੋਟ ਧਰਮਚੰਦ ਤੱਕ ਪਹੁੰਚ ਕਰਕੇ ਤੇ ਵੀਰ ਜੀ ਉਹਨਾਂ ਦਾ ਜਿਹੜਾ ਵਾ ਆਪਰੇਟ ਜਿਹੜਾ ਉਹ ਕਰਵਾਇਆ ਗਿਆ। ਸੋ ਸੰਗਤ ਜੀ ਫਿਰ ਮੈਂ ਦੁਬਾਰਾ ਤੋਂ ਇਹੀ ਬੇਨਤੀ ਕਰਦਾ ਹਾਂ ਕਿ ਜਿੱਥੇ ਹੁਣ ਤੱਕ ਆਪ ਨੇ ਸੰਗਤ ਜੀ ਨਾਲ ਸਾਥ ਦਿੱਤਾ, ਭਾਜੀ ਉਹਨਾਂ ਨੇ ਵੀ ਆਪਣੇ ਜਿਹੜੇ ਆ ਦਿਲ ਦੇ ਬਲਬਲੇ ਆਪ ਸਭ ਸੰਗਤਾਂ ਦੇ ਨਾਲ ਜਿਹੜੇ ਆ ਉਹ ਸਾਂਝੇ ਕੀਤੇ ਆ। ਅਤੇ ਜ਼ਰੂਰ ਸੰਗਤ ਜੀ ਜਿੱਥੇ ਹੁਣ ਤੱਕ ਆਪ ਸਭ ਸੰਗਤਾਂ ਨੇ ਇੰਨਾ ਸਹਿਯੋਗ ਕੀਤਾ ਹੈ ਵੀਰ ਬਲਜੀਤ ਸਿੰਘ ਹੋਣਾ ਦਾ, ਤਾਂ ਜ਼ਰੂਰ ਅਗਲਾ ਅੱਗੇ ਵੀ ਜਿਹੜਾ ਆਪਰੇਟ ਹੋਣਾ ਉਹਦੇ ਲਈ ਵੀ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ। ਸੋ ਸੰਗਤ ਜੀ ਆਸ ਕਰਦੇ ਹਾਂ ਕਿ ਜ਼ਰੂਰ ਆਪ ਅਗਲੇ ਆਪਰੇਟ ਲਈ ਵੀ ਜ਼ਰੂਰ ਇੱਦਾਂ ਹੀ ਪੱਬਾਂ ਭਾਰ ਹੋ ਕੇ ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਸਾਥ ਦੇ ਕੇ ਅਤੇ ਵੀਰ ਬਲਜੀਤ ਸਿੰਘ ਜੀ ਹੁਣਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ੋਗੇ। ਸੋ ਦੁਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।